ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਦੇਸ਼ ਵਿੱਚ, ਸੂਬਿਆਂ ਦੇ ਵਿੱਚ ਸਰਕਾਰਾਂ ਭਾਵੇਂ ਬਦਲਦੀਆਂ, ਪਰ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਦੇ ਦਿਨ ਨਹੀਂ ਬਦਲਦੇ। ਕਿਸਾਨਾਂ ਦੀ ਹਾਲਤ ਦਿਨ ਬ ਦਿਨ ਜਿਹੜੀ ਹੈ ਬਦਤਰ ਹੁੰਦੀ ਜਾ ਰਹੀ ਹੈ। ਔਰ ਖਾਸ ਕਰਕੇ ਖੇਤੀ ਖੇਤਰ ਵਿੱਚ ਜਿਸ ਤਰ੍ਹਾਂ ਦਾ ਸੰਕਟ ਹੈ, ਉਸ ਨੂੰ ਦੂਰ ਕਰਨ ਦੇ ਲਈ ਵੱਖ-ਵੱਖ ਰਾਜਸੀ ਪਾਰਟੀਆਂ ਚੋਣਾਂ ਦੇ ਮੌਕੇ ਤਾਂ ਬਹੁਤ ਵਾਅਦੇ ਕਰਦੀਆਂ, ਪਰ ਉਸ ਤੋਂ ਬਾਅਦ ਜਦੋਂ ਅਮਲ 'ਚ ਆਉਣ ਦੀ ਗੱਲ ਆਉਂਦੀ ਹੈ ਜਾਂ ਫੈਸਲੇ ਲੈਣ ਦਾ ਵੇਲਾ ਆਉਂਦਾ ਹੈ, ਤਾਂ ਉਦੋਂ ਸਰਕਾਰਾਂ ਬੇਸ਼ੱਕ ਐਲਾਨ ਤਾਂ ਕਰ ਦਿੰਦੀਆਂ, ਪਰ ਉਹ ਐਲਾਨ ਜਿਹੜੇ ਹੈ ਉਹ ਸਿਰੇ ਨਹੀਂ ਚੜ੍ਹਦੇ। ਔਰ ਕਿਸਾਨਾਂ ਦੀ ਹਾਲਤ ਜਿਹੜੀ ਹੈ ਉਹ ਹੋਰ ਵੀ ਮਾੜੀ ਹੁੰਦੀ ਚਲੀ ਜਾਂਦੀ ਹੈ। ਇੱਕ ਪੱਖ ਤਾਂ ਇਹ ਹੈ, ਔਰ ਦੂਸਰਾ ਪੱਖ ਹੈ ਜਿਹੜਾ ਕਿ ਕੁਦਰਤ ਦੀ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਉਸ ਦੀ ਮਾਰ ਵੀ ਜ਼ਿਆਦਾ ਜਿਹੜੀ ਹੈ ਖਾਸ ਕਰਕੇ ਕਿਸਾਨਾਂ ਨੂੰ ਤੇ ਖੇਤੀ ਖੇਤਰ ਵਿੱਚ ਲੱਗੇ ਲੋਕਾਂ ਨੂੰ ਝੱਲਣੀ ਪੈਂਦੀ ਹੈ। ਪਰ ਅਸੀਂ ਦੇਖਦੇ ਹਾਂ ਕਿ ਹਰ ਵਾਰ ਸਰਕਾਰਾਂ ਵੀ ਇਹ ਗੱਲ ਕਹਿੰਦੀਆਂ। ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਫਸਲੀ ਵਿਭਿੰਨਤਾ ਦੀ ਗੱਲ ਤਾਂ ਬਾਰ-ਬਾਰ ਆਉਂਦੀ ਹੈ। ਜਿੰਨੇ ਵੀ ਮਾਹਰ ਗਰੁੱਪ ਹੁਣ ਤੱਕ ਬਣੇ, ਜਿਨ੍ਹਾਂ ਨੇ ਆਪਣੀਆਂ ਸਿਫਾਰਿਸ਼ਾਂ ਕੀਤੀਆਂ, ਉਹ ਫਸਲੀ ਵਿਭਿੰਨਤਾ ਦੀ ਗੱਲ ਤਾਂ ਕਰਦੇ ਆ, ਪਰ ਜਦੋਂ ਕਿਸਾਨ ਫਸਲੀ ਵਿਭਿੰਨਤਾ ਵੱਲ ਵੱਧਦਾ ਤਾਂ ਉਸ ਨੂੰ ਉਹ ਸਹੂਲਤਾਂ, ਉਹ ਮੁਆਵਜ਼ੇ ਨਹੀਂ ਮਿਲਦੇ ਜਿਹੜੇ ਕਿ ਸਰਕਾਰਾਂ ਨੇ ਵਾਅਦੇ ਕੀਤੇ ਹੁੰਦੇ ਆ ਦਿਆਂਗੇ। ਇਸੇ ਕਰਕੇ ਫਸਲੀ ਵਿਭਿੰਨਤਾ ਵੱਲ ਵਧਣ ਦਾ ਜਿਹੜਾ ਅਮਲ ਹੈ ਉਹ ਵੀ ਕਿਤੇ ਨਾ ਕਿਤੇ ਅਧਵਾਟੇ ਹੀ ਦਮ ਤੋੜਦਾ। ਔਰ ਨਾਲ ਦੀ ਨਾਲ ਉਸੇ ਸਥਿਤੀ ਦੇ ਵਿੱਚ ਕਿਸਾਨਾਂ ਨੂੰ ਮੰਡੀਕਰਨ ਦੀ ਸਮੱਸਿਆ ਵੀ ਆ ਜਾਂਦੀ ਹੈ। ਸੋ ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਇਸ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਇਸ ਦੇ ਨਾਲ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਪ੍ਰੀਤਮ ਰਪਾਲ ਜੀ, ਜਿਹੜੇ ਕਿ ਹੁਣ ਵੀ ਆਪਣੇ ਮਾਲਵਾ ਖੇਤਰ ਦਾ ਦੌਰਾ ਕਰਕੇ ਆਏ ਹੈ। ਉੱਥੇ ਜਿਹੜੀ ਕਿਸਾਨੀ ਦੀ ਹਾਲਤ ਹੈ ਉਸ ਨੂੰ ਉਹਨਾਂ ਨੇ ਬੜਾ ਨੇੜਿਓਂ ਤੱਕਿਆ। ਔਰ ਉੱਥੇ ਜਿਹੜੇ ਇਸ ਵੇਲੇ ਕਿਸਾਨ ਪੀੜਤ ਨੇ, ਖਾਸ ਕਰਕੇ ਜਿਹੜੀ ਚਿੱਟੀ ਮੱਖੀ ਦਾ ਸਵਾਲ ਹੈ ਤੇ ਗੁਲਾਬੀ ਸੁੰਡੀ ਦਾ ਸਵਾਲ ਹੈ, ਉਸ ਨਾਲ ਕਿਸਾਨਾਂ ਦੀ ਜਿਹੜੀ ਫਸਲ ਨੁਕਸਾਨੀ ਗਈ ਹੈ। ਔਰ ਜਿਸ ਤਰ੍ਹਾਂ ਹੁਣ ਖਬਰਾਂ ਆ ਰਹੀਆਂ, ਰਿਪੋਰਟਾਂ ਆ ਰਹੀਆਂ, ਜਾਂ ਉਹਨਾਂ ਦੇ ਦੱਸਣ ਮੁਤਾਬਕ ਕਿ ਸੰਗਤਪੁਰਾ ਔਰ ਰਾਮਾ ਮੰਡੀ, ਮਾਨਸਾ, ਤਲਵੰਡੀ ਸਾਬੋ ਤੇ ਸਰਦੂਲਗੜ੍ਹ ਦੇ ਇਲਾਕੇ ਸਭ ਤੋਂ ਵੱਧ ਜਿਹੜੇ ਪ੍ਰਭਾਵਿਤ ਹੈ। ਤੇ ਉਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਹਾਲਤ ਹੈ ਕਿਸਾਨਾਂ ਦੀ, ਇਹ ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ। ਪ੍ਰੀਤਮ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਜੰਡੂ ਸਾਹਿਬ। ਤੇ ਪ੍ਰੀਤਮ ਜੀ, ਕਿਸ ਤਰ੍ਹਾਂ ਤੁਸੀਂ ਉੱਥੇ ਜਦੋਂ ਗਏ ਔਰ ਦੇਖਿਆ ਕਿ ਪਿਛਲੇ ਸਮੇਂ ਦੇ ਅੰਦਰ ਜੇ ਨਜ਼ਰ ਮਾਰੀਏ ਅਸੀਂ ਪਿਛੋਕੜ ਤੇ ਵੀ, ਤਾਂ ਕਿਸਾਨਾਂ ਦੀ ਜਿਹੜੀ ਹਾਲਤ ਹੈ, ਕਰਜ਼ੇ ਮਾਫੀ ਦੀ ਗੱਲ ਆਉਂਦੀ ਹੈ, ਫਸਲੀ ਵਿਭਿੰਨਤਾ ਦੀ ਗੱਲ ਆਉਂਦੀ ਹੈ, ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਗੱਲ ਆਉਂਦੀ ਹੈ, ਪਰ ਉਹ ਮਾਮਲੇ ਜਿਹੜੇ ਆ ਉੱਥੇ ਦੇ ਉੱਥੇ ਹੀ ਅਧਵਾਟੇ ਹੀ ਟੁੱਟ ਜਾਂਦੇ ਆ। ਜੇ ਅਸੀਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਜਿਹੜਾ ਜਦੋਂ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਸੀ ਤਾਂ ਇੱਕ ਮੁਆਵਜ਼ੇ ਦਾ ਐਲਾਨ ਕੀਤਾ ਸੀ, ਪਰ ਉਹ ਵੀ ਜਿਹੜੇ ਪੀੜਤ ਕਿਸਾਨ ਆ ਉਹਨਾਂ ਤੱਕ ਠੀਕ ਢੰਗ ਨਾਲ ਨਹੀਂ ਸੀ ਪਹੁੰਚਿਆ। ਸੋ ਇਸ ਤਰ੍ਹਾਂ ਦੀ ਜਿਹੜੀ ਸਾਰੀ ਸਥਿਤੀ ਹੈ, ਤਾਂ ਉਸ ਦੇ ਵਿੱਚ ਤੁਸੀਂ ਇਹ ਸਾਰੇ ਪ੍ਰਵੇਖ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਸਲ ਦੇ ਵਿੱਚ ਬਲਵੀਰ ਜੰਡੂ ਜੀ, ਗੱਲ ਇਹ ਹੈ ਕਿ ਸਾਡੀ ਜਿਹੜੀ ਕਿਸਾਨੀ ਆ ਨਾ, ਕਿਸਾਨੀ ਦੀ ਹਾਲਤ ਅੱਜ ਤੋਂ ਵੀ ਉਹੀ ਹੈ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਸੀ, ਜਿਹੜੀ ਅੱਜ ਤੋਂ 100 ਸਾਲ ਪਹਿਲਾਂ ਸੀ। ਠੀਕ ਹੈ, ਨਵੇਂ ਬੀਜ ਆ ਗਏ, ਨਵੀਆਂ ਖਾਦਾਂ ਆ ਗਈਆਂ, ਨਵੀਆਂ ਦਵਾਈਆਂ ਆ ਗਈਆਂ, ਪਰ ਦੇਖੋ ਇੱਕ ਤਾਂ ਜਿਹੜਾ ਨਵੀਂ ਹੈ ਮਸ਼ੀਨਰੀ ਆ ਗਈ, ਨਵੀਂ ਮਸ਼ੀਨਰੀ ਚਲੋ ਹੈਗੀ। ਹਾਂ, ਮਸ਼ੀਨਰੀ ਵੀ ਆ ਗਈ ਨਵੀਂ। ਤੇ ਇੱਕ ਤਾਂ ਇਹ ਹੈ ਕਿ ਕਿਸਾਨੀ ਨੂੰ ਅਜੇ ਵੀ ਜਿਹੜਾ ਹੈ ਉਹ ਕੁਦਰਤ ਦੇ ਉੱਪਰ ਹੀ ਛੱਡਿਆ ਹੋਇਆ ਹੈ। ਜਿੰਨੇ ਵੀ ਹੁਣ ਤੱਕ ਇੱਥੇ ਸਰਕਾਰਾਂ ਆਈਆਂ ਨੇ, ਪਹਿਲਾਂ ਵੀ ਬੜੇ ਪੈਕੇਜ ਆਏ, ਬੜੇ ਐਲਾਨ ਹੋਏ, ਇੱਥੋਂ ਤੱਕ ਕਿ 1947 ਤੋਂ ਪਹਿਲਾਂ ਵੀ ਮੈਨੂੰ ਯਾਦ ਹੈ ਜਦੋਂ ਕਿਸਾਨੀ ਬਹੁਤ ਇੱਕ ਵਾਰ ਕਰਜ਼ੇ ਦੇ ਬੋਝ ਦੇ ਹੇਠ ਆ ਗਈ ਸੀ, ਜਦੋਂ ਸ਼ਾਹੂਕਾਰਾਂ ਦਾ ਕਰਜ਼ਾ ਬਹੁਤ ਜ਼ਿਆਦਾ ਸੀ ਜਿਹੜਾ। ਤੇ ਇੱਕ ਵਾਰ ਦੱਖਣ ਦੇ ਵਿੱਚ ਤਾਂ ਜਿਹੜੇ ਸੀ ਰॉयल्टी ਹੋ ਗਏ ਸੀ, ਜਿਹਨੂੰ ਆਪਾਂ ਡੈਕਨ ਰॉयल्ट्स ਦੇ ਨਾਂ ਦੇ ਨਾਲ ਜਾਣਦੇ ਹਾਂ। ਤੇ ਜਿੱਥੇ ਲੋਕ ਜਿਹੜੇ ਸੀ ਕਿਸਾਨ ਸੀ ਉਹ ਸ਼ਾਹੂਕਾਰਾਂ ਦੇ ਗਲ ਪੈ ਗਏ ਸੀ, ਕਿਉਂਕਿ ਉਹਨਾਂ ਨੇ ਵਿਆਜ ਪੜਿਆਜ ਲਾ ਕੇ 10-10 ਗੁਣਾ ਜਿਹੜੇ ਪੈਸੇ ਕਰਜ਼ੇ ਦੇ ਕਰ ਲਏ ਸੀ। ਸੋ ਉਦੋਂ ਬਾਅਦ ਸਹਿਕਾਰੀ ਸਭਾਵਾਂ ਬਣੀਆਂ ਹੋਰ ਹੈ, ਪਰ ਕਿਸਾਨ ਅਜੇ ਵੀ ਕਰਜ਼ੇ ਹੇਠ ਹੈ। ਖਾਸ ਕਰਕੇ ਜਿਹੜਾ ਛੋਟਾ ਕਿਸਾਨ ਹੈ ਜਾਂ ਦਰਮਿਆਨਾ ਕਿਸਾਨ ਹੈ, ਉਹ ਕਿਸੇ ਹੀ ਪਾਸਿਓਂ ਇਹ ਇੱਕ ਪੱਖ ਹੈ। ਚਲੋ ਹੁਣ ਆਪਾਂ ਜਿਹੜੀ ਅੱਜ ਗੱਲ ਕਰ ਰਹੇ ਹਾਂ ਉਹ ਕਰ ਰਹੇ ਹਾਂ ਆਪਾਂ ਕਿ ਜਿਹੜੀ ਹੁਣ ਕੁਦਰਤ ਦੀ ਮਾਰ ਪਈ ਹੈ, ਜਾਂ ਇਹ ਕਹਿ ਲਓ ਕਿ ਗੁਲਾਬੀ ਸੁੰਡੀ ਜਾਂ ਚਿੱਟੀ ਮੱਖੀ ਜਾਂ ਚਿੱਟਾ ਮੱਛਰ, ਕੁਛ ਵੀ ਕਹਿ ਲਓ, ਇਹਨਾਂ ਕੀੜਿਆਂ ਦੀ ਜਿਹੜੀ ਮਾਰ ਪਈ ਹੈ, ਤੇ ਉਹ ਸਿੱਧੀ ਜਿਹੜੀ ਹੈ ਉਹਦਾ ਅਸਰ ਕਿਸਾਨ ਦੀ ਆਰਥਿਕਤਾ ਦੇ ਉੱਤੇ ਪੈਂਦਾ ਹੈ।
ਤੇ ਇਹਦੇ ਲਈ ਜਿਹੜਾ ਹੈ ਕਿਤੇ ਵੀ ਕੋਈ ਏਦਾਂ ਦਾ ਪ੍ਰਬੰਧ ਨਹੀਂ ਹੈ। ਮੈਂ ਇਕੱਲੇ ਇੱਥੇ ਦੀ ਗੱਲ ਨਹੀਂ, ਪੰਜਾਬ ਦੀ ਨਹੀਂ ਕਰਦਾ, ਪੂਰੇ ਦੇਸ਼ ਦੇ ਵਿੱਚ ਇਹ ਹਾਲਾਤ ਹੈ ਕਿ ਏਦਾਂ ਦਾ ਕੋਈ ਪ੍ਰਬੰਧ ਨਹੀਂ, ਜਿਹੜਾ ਕੋਈ ਏਦਾਂ ਦੀ ਆਫ਼ਤ ਆਉਣ ਤੇ ਨਾ ਹੀ ਕੋਈ ਏਦਾਂ ਦਾ ਇੰਸ਼ੋਰੈਂਸ ਦਾ ਕੋਈ ਸਿਸਟਮ ਹੈ ਵੀ ਜਿਹੜਾ ਕਿਸਾਨ ਨੂੰ ਓਨਾ ਮੁਆਵਜ਼ਾ ਮਿਲ ਸਕੇ ਜਿੰਨਾ ਹੀ ਉਹਨੂੰ ਯੀਲਡ ਦੇ ਜਿਹੜਾ ਹੈ ਉਹ ਫਸਲ ਤੋਂ ਜਿਹੜੀ ਸੀ ਆਮਦਨੀ ਹੋਣੀ ਸੀ। ਸੋ ਇਸ ਕਰਕੇ ਜਿਹੜਾ ਹੈ ਉਹ ਕਿਸਾਨ ਜਿਹੜਾ ਹੋਰ ਜਿਹੜੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਤੇ ਦੇਖੋ ਇੱਕ ਗੱਲ ਬੜੀ ਸਾਫ਼ ਹੈ, ਪੰਜਾਬ ਬਾਰੇ ਜੇ ਆਪਾਂ ਗੱਲ ਕਰੀਏ, ਇੱਥੇ ਮੈਨੂੰ ਜੀ ਤੁਹਾਡੀ ਗੱਲ 'ਚ ਹੀ ਮੈਂ ਐਡ ਕਰਦਾ ਹਾਂ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਤੁਸੀਂ ਬੀਮੇ ਦੀ ਗੱਲ ਕੀਤੀ ਹੈ, ਜਿੱਥੇ ਥਾਵਾਂ ਤੇ ਹੋਇਆ ਵੀ ਆ ਉੱਥੇ ਉਹ ਕੰਪਨੀਆਂ ਨੂੰ ਵੱਧ ਫਾਇਦਾ ਹੋਇਆ, ਕਿਸਾਨਾਂ ਨੂੰ ਉਸ ਦਾ ਫਾਇਦਾ ਨਹੀਂ ਹੋਇਆ ਕੋਈ। ਦੇਖੋ ਇਹ ਇੱਕ ਬੜਾ ਜਿਹੜਾ ਹੈਗਾ ਕ੍ਰੌਪ ਇੰਸ਼ੋਰੈਂਸ ਦਾ ਇੱਕ ਜਿਹੜਾ ਹੈ ਉਹ ਬੜਾ ਇੱਕ ਵੱਖਰੀ ਕਿਸਮ ਦਾ ਹੈ। ਕਿਉਂਕਿ ਬਾਕੀ ਦੇ ਜਿਹੜੇ ਇੰਸ਼ੋਰੈਂਸ ਨੇ ਉਹਨਾਂ ਦਾ ਇੱਕ ਹੋਰ ਤਰ੍ਹਾਂ ਦਾ, ਭਾਵੇਂ ਤੁਸੀਂ ਵਹੀਕਲ ਦੀ ਲਾ ਲਓ, ਭਾਵੇਂ ਲਾਈਫ ਇੰਸ਼ੋਰੈਂਸ ਲਾ ਲਓ, ਭਾਵੇਂ ਮੈਡੀਕਲ ਨਾਲ ਸੰਬੰਧਿਤ ਲਾ ਲਓ। ਪਰ ਜਦੋਂ ਕਿਉਂਕਿ ਕੰਪਨੀਆਂ ਛੇਤੀ ਕੀਤਿਆਂ ਤਾਂ ਹੱਥ ਪਾਉਂਦੀਆਂ ਨਹੀਂ ਕ੍ਰੌਪ ਇੰਸ਼ੋਰੈਂਸ ਦੇ ਮਾਮਲੇ 'ਚ, ਕਿਉਂਕਿ ਜਦੋਂ ਕ੍ਰੌਪ ਮਰਦੀ ਹੈ ਜੀ, ਉਹ ਪੂਰੀ ਮਰਦੀ ਹੈ। ਉਹਦੇ 'ਚ ਇਹ ਨਹੀਂ ਹੁੰਦਾ, ਕਿਉਂਕਿ ਜਦੋਂ ਚਲੋ ਬੰਦੇ ਨੂੰ ਕਿਸੇ ਨੂੰ ਕੰਪਨਸੇਟ ਦੇਣਾ ਪੈ ਗਿਆ, ਐਕਸੀਡੈਂਟ ਹੋ ਗਿਆ, ਉਹ ਕਿਤੇ ਇੱਕ ਹੋ ਗਿਆ, ਠੀਕ ਹੈ ਨਾ ਜੀ। ਤੇ ਉਹਨਾਂ ਨੇ ਜੇ ਪੂਰੇ ਸਾਲ ਦੇ ਵਿੱਚ ਫਰਜ਼ ਕੀਤਾ, ਕਿਸੇ ਕੰਪਨੀ ਨੇ 20,000 ਜਿਹੜੇ ਹੈਗੇ ਆ ਬੀਮੇ ਕੀਤੇ, ਉਹਦੇ ਚੋਂ ਕਿਸੇ ਨੂੰ ਇੱਕ ਨੂੰ ਐਕਸੀਡੈਂਟ ਦਾ ਦੇਣਾ ਹੀ ਪੈ ਗਿਆ, ਦੋ ਨੂੰ ਵੀ ਦੇਣਾ ਪੈ ਗਿਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਫਸਲਾਂ ਦੇ ਵਿੱਚ ਮਾਮਲੇ 'ਚ ਇਹ ਹੈ, ਕੋਈ ਕੁਦਰਤੀ ਆਫ਼ਤ ਪੈ ਗਈ, ਹੜ੍ਹ ਆ ਗਏ, ਸੋਕਾ ਪੈ ਗਿਆ ਜਾਂ ਏਦਾਂ ਕਿਤੇ ਕੀਟਨਾਸ਼ਕਾਂ ਦਾ ਜਿਹੜਾ ਕੀੜਿਆਂ ਦਾ ਜਾਂ ਹੋਰ ਹੈ ਇਹਨਾਂ ਦਾ ਹਮਲਾ ਹੋ ਗਿਆ, ਉਹ ਫਿਰ ਪੂਰੀ ਦੀ ਪੂਰੀ ਫਸਲ ਮਰਦੀ ਆ। ਉਹਦਾ ਜਿਹੜਾ ਮੁਆਵਜ਼ਾ ਹੈ ਉਹ ਕਰੋੜਾਂ ਅਰਬਾਂ 'ਚ ਚਲਾ ਜਾਂਦਾ ਹੈ। ਇਸ ਕਰਕੇ ਕੰਪਨੀਆਂ ਛੇਤੀ ਕੀਤੇ ਹੱਥ ਨਹੀਂ ਪਾਉਂਦੀਆਂ। ਕੰਪਨੀਆਂ ਸਿਰਫ਼ ਉੱਥੇ ਹੱਥ ਪਾਉਂਦੀਆਂ ਜਿੱਥੇ ਉਹਨਾਂ ਨੂੰ ਇਹ ਲੱਗੇ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਇਹਦੇ 'ਚ ਜਿਹੜਾ ਹੈ ਜੇ ਹੈਗਾ ਮੁਆਵਜ਼ਾ ਉਹ ਘੱਟ ਦੇਣਾ ਪਵੇ, ਕੰਪਨਸੇਟ ਘੱਟ ਕਰਨਾ ਪਵੇ, ਸਾਨੂੰ ਪ੍ਰੀਮੀਅਮ ਜਿਹੜਾ ਹੈ ਉਹ ਜ਼ਿਆਦਾ ਮਿਲ ਜੇ। ਸੋ ਇਹ ਜਿਹੜੀਆਂ ਹੈ ਇਹ ਮਾਮਲਾ ਹੈ ਇਹ ਤਾਂ। ਤੇ ਦੂਜੇ ਪਾਸੇ ਦੇਖੋ ਪੰਜਾਬ ਦੀ ਆਪਾਂ ਜਦੋਂ ਕਿਸਾਨੀ ਦੀ ਗੱਲ ਕਰਦੇ ਹਾਂ ਨਾ ਜੀ, ਪੰਜਾਬ ਨੂੰ ਸ਼ੁਰੂ ਤੋਂ ਹੀ, ਕਿਉਂਕਿ ਇੱਥੇ ਜ਼ਮੀਨ ਜਿਹੜੀ ਜ਼ਰਖੇਜ਼ ਸੀ, 1947 ਦੀ ਤਕਸੀਮ ਤੋਂ ਬਾਅਦ ਇਹਨੂੰ ਇੱਕ ਲੈਬੋਰਟਰੀ ਦੇ ਤੌਰ ਤੇ ਵਰਤਿਆ ਗਿਆ। ਤੇ ਜਦੋਂ ਇੱਥੇ ਫੂਡ ਸਿਕਿਉਰਿਟੀ ਦਾ ਮਸਲਾ ਆਇਆ, ਸਭ ਤੋਂ ਵੱਡਾ ਸਾਨੂੰ ਬਾਹਰਲੇ ਮੁਲਕਾਂ ਵੱਲ ਦੇਖਣਾ ਪਿਆ, ਦਾਣੇ ਬਾਹਰੋਂ ਮੰਗਾਉਣੇ ਪਏ, ਭਾਵੇਂ ਚੌਲ ਹੋਵੇ ਹੁੰਦਾ, ਭਾਵੇਂ ਕਣਕ ਹੁੰਦੀ ਹੈ। ਤੇ ਉਦੋਂ ਇੱਥੇ ਫਿਰ ਵੱਡੀ ਪੱਧਰ ਤੇ ਜਿਹੜਾ ਹੈ ਉਹ ਤਜਰਬਾ ਹੋਇਆ ਕਿ ਹਰੇ ਇਨਕਲਾਬ ਦੇ ਨਾਂ ਤੇ ਕਿਸਾਨਾਂ ਨੂੰ ਜਿਹੜਾ ਸੀ ਇੱਕ ਆਪਾਂ ਇਹ ਕਹਿੰਦੇ ਹਾਂ ਕਿ ਕਿਸਾਨਾਂ ਨੂੰ ਇੱਕ ਇਲੂਜ਼ਨ ਦੇ ਵਿੱਚ, ਭਰਮ ਜਾਲ ਦੇ ਵਿੱਚ ਫਸਾਇਆ ਗਿਆ ਕਿ ਆਹ ਹਰਾ ਇਨਕਲਾਬ ਹੈ, ਤੁਸੀਂ ਦੇਸੀ ਕਣਕ ਛੱਡ ਕੇ ਆਹ ਕਣਕ ਬੀਜੋ ਤੇ ਆਹ ਬੀਜ ਬੀਜੋ, ਇਹਦੇ ਨਾਲ ਜਿਹੜਾ ਹੈ ਜ਼ਿਆਦਾ ਫਾਇਦਾ ਹੋਏਗਾ, ਆਹ ਚੌਲ ਬੀਜੋ ਤੇ ਤੁਹਾਨੂੰ ਫਾਇਦਾ ਹੋਏਗਾ। ਇਹਦੇ ਨਾਲ ਕੁਦਰਤੀ ਤੌਰ ਤੇ ਜਿਹੜਾ ਹੈ ਸਾਡਾ ਬਹੁਤ ਸਾਰਾ ਜਿਹੜਾ ਹੈ ਨੁਕਸਾਨ ਸਾਡੀਆਂ ਜ਼ਮੀਨਾਂ ਦਾ ਵੀ ਹੋਇਆ, ਕਿਸਾਨੀ ਵੀ ਇਹਦੇ ਨਾਲ ਤਬਾਹ ਹੋਈ। ਤੇ ਹੌਲੀ ਹੌਲੀ ਜਿਹੜਾ ਹੁਣ ਜਿਹੜੀਆਂ ਹੈ ਸਰਕਾਰਾਂ ਨੇ, ਭਾਵੇਂ ਗਵਰਨਮੈਂਟ ਆਫ ਇੰਡੀਆ, ਭਾਵੇਂ ਹੋਰ ਏਜੰਸੀਆਂ ਨੇ, ਉਹ ਹੌਲੀ ਹੌਲੀ ਹੁਣ ਹੱਥ ਪਿੱਛੇ ਖਿੱਚ ਰਹੀਆਂ ਨੇ। ਤੁਹਾਨੂੰ ਕਿਉਂਕਿ ਇੱਕ ਆਦਤ ਪਾ ਦਿੱਤੀ, ਇੱਕ ਕਣਕ ਝੋਨੇ ਦੇ ਚੱਕਰ ਦੇ ਵਿੱਚ ਪਾ ਦਿੱਤਾ, ਕਿਸਾਨ ਉਹ ਚੋਂ ਨਿਕਲਣਾ ਨਹੀਂ ਚਾਹੁੰਦਾ, ਕਿਉਂਕਿ ਉਹਨੂੰ ਜਿਹੜੀ ਸਾਰੀ ਆਦਤ, ਉਹਦੀ ਮਸ਼ੀਨਰੀ, ਉਹਦਾ ਆਲਾ-ਦੁਆਲਾ ਹੋਰ ਉਹਨੂੰ ਉਸ ਤਰੀਕੇ ਨਾਲ ਸਿਰਜ ਲਿਆ, ਡਿਵੈਲਪ ਕਰ ਲਿਆ। ਹਾਲਾਂਕਿ ਹਰੇ ਇਨਕਲਾਬ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਾਲੇ ਉਹਦੇ ਵਿੱਚ ਉਹ ਆਪਣੀ ਆਮਦਨ ਯਕੀਨੀ ਸਮਝਦਾ। ਹਾਂਜੀ, ਇਹ ਚਲੋ ਇਹਦੇ ਤੇ ਵੀ ਇੱਕ ਗੱਲ ਹੈ ਕਿ ਉਹਨੂੰ ਇਹ ਲੱਗਦਾ ਕਿ ਹਾਂ, ਹਾਲਾਂਕਿ ਉਹਨੂੰ ਕੋਈ ਬਹੁਤਾ ਫਾਇਦਾ ਤਾਂ ਉਹ 'ਚ ਹੁੰਦਾ ਨਹੀਂ, ਕਿਉਂਕਿ ਲਾਗਤਾਂ ਤਾਂ ਬਹੁਤ ਜ਼ਿਆਦਾ ਨੇ। ਪਰ ਉਹਦੇ 'ਚ ਉਹਨੂੰ ਸਿੱਧਾ-ਸਿੱਧਾ ਇਹ ਹੈ ਕਿ ਦਾਣੇ ਮੰਡੀ 'ਚ ਸਿੱਟੇ ਤੇ ਉਹਦੇ ਕੋਲੇ ਪੈਸੇ ਆ ਗਏ 4, ਜਾਂ ਜਿਹੜਾ ਉਹਨੇ ਪਹਿਲਾਂ ਉਧਾਰ ਚੱਕਿਆ ਹੁੰਦਾ ਉਹਦਾ ਉਤਰ ਗਿਆ ਜਾਂ ਉਹਨੂੰ ਕੁਛ ਹੋ ਗਿਆ। ਤੇ ਇਸ ਕਿਸਮ ਦੇ ਵਿੱਚ ਦੂਜੇ ਪਾਸੇ ਉਹਨੂੰ ਇਹਦੇ 'ਚ ਸੌਖ ਜਿਹੜੀ ਇਹ ਹੋ ਗਈ ਕਿ ਕਿਉਂਕਿ ਇਹਦੇ 'ਚ ਦੇਖੋ ਪਹਿਲਾਂ ਤਾਂ ਸਾਡੇ ਕੋਲੇ ਬੀਜ ਆਏ ਬਾਹਰੋਂ, ਇਹਦੇ 'ਚ ਜਿੱਦਾਂ ਮਨਸੈਂਟੋ ਦੀ ਆਪਾਂ ਗੱਲ ਕਰਦੇ ਹਾਂ ਜਾਂ ਹੋਰ ਵੱਡੀਆਂ ਫੋਰਡ ਫਾਊਂਡੇਸ਼ਨ ਆ, ਉਹਨਾਂ ਨੇ ਬਹੁਤ ਵੱਡੀ, ਕਿਉਂਕਿ ਉਹਨਾਂ ਦੀ ਆਪਣੀ ਇੱਕ ਇਹਦੇ 'ਚ ਮੁਫਾਦ ਸੀਗੇ, ਉਹਨਾਂ ਨੇ ਆਪਣਾ ਸਮਾਨ ਸੌਦਾ ਵੇਚਣਾ ਸੀ, ਤੇ ਜਿਹੜੀਆਂ ਸਪਰੇਆਂ ਵੇਚਣੀਆਂ ਸੀ ਜਾਂ ਹੋਰ ਹੈ। ਸੋ ਇਹ ਜਿਹੜੇ ਸਾਰੇ ਮਾਮਲੇ ਆ, ਇਹਦਾ ਜਿਹੜਾ ਅਖੀਰ ਜਿਹੜਾ ਅਸਰ ਪਿਆ, ਉਲਟਾ ਅਸਰ ਪਿਆ, ਉਹ ਕਿਸਾਨੀ ਤੇ ਪਿਆ। ਯੂਨੀਵਰਸਿਟੀਆਂ ਦੇ ਜਿਹੜੇ ਸਾਡੇ ਮਾਹਰ ਨੇ, ਆਪਾਂ ਕਹਿੰਦੇ ਹਾਂ ਕਿ ਬਹੁਤ ਅੱਛੇ ਨੇ, ਉਹ ਤਜਰਬੇ ਵੀ ਕਰਦੇ ਆ, ਆਪਾਂ ਮੰਨਦੇ ਹਾਂ ਵੀ ਸਾਰੀ ਗੱਲ ਠੀਕ ਆ, ਕਰਦੇ ਆ। ਪਰ ਕੀ ਜਿਹੜਾ ਆਪਾਂ ਜਿਹਨੂੰ ਆਪਾਂ ਲੈਬ ਟੂ ਲੈਂਡ ਇੱਕ ਕਹਿੰਦੇ ਆ ਸ਼ਬਦ ਵੀ, ਪ੍ਰਯੋਗਸ਼ਾਲਾ ਤੋਂ ਜ਼ਮੀਨ ਤੱਕ ਉਹ ਗੱਲ ਹਕੀਕੀ ਹੋ ਸਕਦੀ ਹੈ। ਉਹ ਹਕੀਕੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਇੱਕ ਤਾਂ ਜਿਹੜਾ ਸਾਡੀ ਕਿਸਾਨੀ ਦਾ ਸੁਭਾਅ ਹੈ, ਉਹਦੇ ਤੋਂ ਉਹਨੂੰ ਜਾਣ ਲਈ ਪਹਿਲਾਂ ਤਾਂ ਉਹਨੂੰ ਸੱਭਿਆਚਾਰਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਉਹਦੇ ਸੁਭਾਅ ਨੂੰ ਜਾਣਨ ਦੀ ਲੋੜ ਹੈ। ਤੇ ਫਿਰ ਉਹ ਕਹਿ ਦਿੰਦੇ ਆ ਕਿ ਤੁਸੀਂ ਸਾਡੀਆਂ ਸਿਫਾਰਿਸ਼ਾਂ ਦੇ ਮੁਤਾਬਕ ਨਹੀਂ ਕੀਤਾ। ਮੈਨੂੰ ਯਾਦ ਹੈ ਅੱਜ ਤੋਂ ਕੋਈ 20-25 ਸਾਲ ਪਹਿਲਾਂ ਅਸੀਂ ਕੈਂਪ ਲਾਉਂਦੇ ਸੀ, ਤੇ ਪਿੰਡਾਂ ਦੇ ਬਜ਼ੁਰਗ ਜਦੋਂ ਅਸੀਂ ਕੋਈ ਆ ਕੇ ਕਹਿੰਦੇ ਵੀ ਤੁਸੀਂ ਮਿੱਟੀ ਦੀ ਪਰਖ ਕਰਾਓ ਜਾਂ ਪਾਣੀ ਦੀ ਤੁਸੀਂ ਜਾਂਚ ਕਰਾਓ, ਹੋਰ ਹੈ, ਉਹ ਕਹਿੰਦੇ ਸੀ ਵੀ ਜੇ ਮਿੱਟੀ ਦੀ ਤੁਹਾਡੇ ਨਾਲੋਂ ਸਾਨੂੰ ਜ਼ਿਆਦਾ ਪਤਾ, ਸਾਡਾ ਇੰਨਾ ਉਮਰਾਂ ਬੀਤ ਗਈਆਂ ਇਸੇ ਮਿੱਟੀ ਨੂੰ ਦੇਖਦੇ ਹਾਂ। ਤੇ ਕੁਛ ਹੱਦ ਤੱਕ ਉਹ ਠੀਕ ਵੀ ਸੀ, ਕਿਉਂਕਿ ਜਿਹੜੀਆਂ ਪ੍ਰਯੋਗਸ਼ਾਲਾ ਦੇ ਵਿੱਚ ਤਜਰਬੇ ਹੋਏ ਆ ਉਹ ਕਿਤੇ ਬਹੁਤੇ ਕਾਮਯਾਬ ਨਹੀਂ ਹੋਏ, ਜਾਂ ਜਿੱਥੇ ਤੁਸੀਂ ਇਹ ਕਹਿੰਦੇ ਹਿੱਕ ਥਾਪੜ ਕੇ ਕੋਈ ਇਹ ਕਹਿ ਸਕੇ ਕਿ ਹਾਂ ਸਾਡੇ ਆਹ ਤਜਰਬੇ ਦੇ ਨਾਲ ਇੱਥੇ ਜਿਹੜਾ ਹੈ ਜ਼ਿਆਦਾ ਫਾਇਦਾ ਹੋਇਆ। ਮੈਂ ਇਹਨੂੰ ਇਸ ਰੂਪ 'ਚ ਨਹੀਂ ਦੇਖਦਾ।
ਕਿ ਜਿਹੜੇ ਹੈ ਤੁਹਾਡਾ ਝਾੜ ਵੱਧ ਗਿਆ। ਝਾੜ ਵਧਣਾ ਕੋਈ ਆਪਣੇ ਆਪ 'ਚ ਕੋਈ ਮੈਂ ਨਹੀਂ ਸਮਝਦਾ। ਜੇ ਤੁਸੀਂ ਉਹਦੇ ਤੇ ਲਾਗਤ ਹੀ ਇੰਨੀ ਜ਼ਿਆਦਾ ਵਧਾ ਦਿੱਤੀ, ਉਹਦੇ ਤੇ ਬੀਜ ਜਿਹੜਾ ਹੈ ਤੇ ਉਹਦੇ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਤੇ ਸਪਰੇਆਂ ਉਹਦੇ ਤੇ ਹੋਰ ਆ, ਉਹ ਸਾਰੀਆਂ ਵਧਾ ਦਿੱਤੀਆਂ। ਦੇਖੋ ਇਹਦੇ 'ਚ ਦੋ ਪਾਸਿਓਂ ਮਾਰ ਪਈ ਬਲਵੀਰ ਜੀ, ਕਿਸਾਨੀ ਨੂੰ। ਇੱਕ ਤਾਂ ਕਿਸਾਨੀ ਨੂੰ ਜਿਹੜੀ ਉਹ ਹੱਡ ਭੰਨਵੀਂ ਜਿਹੜੀ ਮਿਹਨਤ ਕਰਦਾ ਸੀ ਫਿਜ਼ੀਕਲ, ਤੇ ਉਹਦੀ ਬਿਲਕੁਲ ਬੰਦ ਹੋ ਗਈ। ਕਿਉਂਕਿ ਜੇ ਉਹਨੇ ਘਾਹ ਵੀ ਮਾਰਨਾ ਉਹਦੇ ਤੇ ਵੀ ਹੁਣ ਸਪਰੇਅ ਕਰ ਦੇਣੀ ਹੈ, ਉਹਨੇ ਰਾਉਂਡ ਅਪ ਦੀ ਸਪਰੇਅ ਮਾਰ ਦੇਣੀ ਹੈ। ਉਹਦਾ ਫਸਲ ਤੇ ਕੀ ਅਸਰ ਹੁੰਦਾ ਹੈ ਜਾਂ ਨਾਲ ਦੀ ਜ਼ਮੀਨ ਤੇ ਕੀ ਅਸਰ ਹੁੰਦਾ ਉਹ ਨਹੀਂ ਦੇਖਣਾ, ਜਾਂ ਆਉਣ ਵਾਲੀ ਜਿਹੜੀ ਫਸਲ ਉਹ ਨਹੀਂ ਦੇਖਣਾ। ਤੇ ਨਾਲ ਨਾਲ ਉਹਦਾ ਇਹ ਹੈ ਕਿ ਉਹ ਹੁਣ ਆਪਣੇ ਥੋੜਾ ਜਿਹਾ ਇਸ ਪ੍ਰਸਤੀ 'ਚ ਪੈ ਗਿਆ। ਤੇ ਹੁਣ ਪਿੱਛੇ ਜੇ ਪ੍ਰੀਤਮ ਜੀ ਇੱਥੇ ਹਾਂਜੀ ਹਾਂਜੀ ਇੱਕ ਸਰਵੇ ਆ ਵੀ ਜਿਹੜੇ ਹਾਰਟ ਦੇ ਜਿਹੜੇ ਸਭ ਤੋਂ ਵੱਧ ਮਰੀਜ਼ ਨੇ ਤੇ ਉਹ ਸਭ ਤੋਂ ਵੱਧ ਪੰਜਾਬ 'ਚ ਨੇ। ਉਹਦਾ ਕਾਰਨ ਇਹੀ ਹੈ ਕਿ ਸਾਡਾ ਖਾਣ ਪੀਣ ਦਾ ਉਦਾਂ ਦਾ ਹੀ ਰਿਹਾ। ਅਸੀਂ ਫਿਜ਼ੀਕਲ ਮਿਹਨਤ ਬਿਲਕੁਲ ਕਰਨੀ ਛੱਡ ਗਏ, ਜਾਂ ਤਾਂ ਅਸੀਂ ਪ੍ਰਵਾਸੀ ਮਜ਼ਦੂਰਾਂ ਤੇ ਨਿਰਭਰ ਹੋ ਗਏ, ਜਾਂ ਫਿਰ ਦਵਾਈਆਂ ਤੇ ਕੀੜੇ ਮਾਰ ਦਵਾਈਆਂ ਤੇ ਨਿਰਭਰ ਹੋ ਗਏ। ਜਿਹੜੀਆਂ ਸੀ ਦੂਜੀਆਂ ਬੂਟੀ ਮਾਰ ਜਿਹੜੀਆਂ ਦਵਾਈਆਂ ਸੀ ਉਹਨਾਂ ਤੇ ਨਿਰਭਰ ਹੋ ਗਏ। ਇਹ ਇੱਕ ਜਿਹੜਾ ਹੈ ਇਸ ਕਿਸਮ ਦੀ ਮਾਰ ਜਿਹੜੀ ਪੰਜਾਬ ਨੂੰ ਪਈ, ਜਿਸ ਗੱਲ ਵੱਲ ਮੈਂ ਆਉਣਾ ਚਾਹੁੰਦਾ ਸੀ ਕਿ ਇੱਥੇ ਤਾਂ ਪਹਿਲਾਂ ਤੋਂ ਹੀ ਜਿਹੜੀ ਸੀ ਡਾਇਵਰਸੀਫਿਕੇਸ਼ਨ ਸੀ, ਏਰੀਏ ਦੇ ਮੁਤਾਬਕ ਸੀ। ਜਿੱਥੇ ਰੇਤਲਾ ਇਲਾਕਾ ਸੀ, ਪਾਣੀ ਘੱਟ ਆਉਂਦਾ ਸੀ, ਉੱਥੇ ਬਾਜਰਾ ਗੁਆਰਾ ਹੁੰਦਾ ਸੀ। ਜਿੱਥੇ ਜ਼ਿਆਦਾ ਪਾਣੀ ਦੀ ਸੀ ਉੱਥੇ ਬਾਸਮਤੀ ਹੁੰਦੀ ਸੀ। ਜਾਂ ਉਹ ਅਸੀਂ ਸਾਰਾ ਹੀ ਇੱਕ ਪਾਸਿਓਂ ਪੱਧਰਾ ਕਰਕੇ ਜ਼ਮੀਨ ਦਾ ਪਾਣੀ ਅਸੀਂ ਕੱਢ ਲਿਆ ਸਾਰਾ, ਤੇ ਇਹ ਝੋਨੇ ਨੇ ਜਿਹੜਾ ਹੈ ਬਹੁਤ ਜ਼ਿਆਦਾ ਨੁਕਸਾਨ ਕੀਤਾ। ਹਾਂਜੀ ਹਾਂ, ਤੁਸੀਂ ਗੱਲ ਦਾ ਕਹਿ ਰਹੇ ਉਹਦੇ ਸੀ। ਵਿੱਚ ਪ੍ਰੀਤਮ ਜੀ ਜਿਹੜੀ ਗੱਲ ਆਪਾਂ ਮਾਲਵੇ ਦੀ ਕਰਦੇ ਹਾਂ, ਜਿੰਨਾ ਏਰੀਆ ਦੀ ਆਪਾਂ ਗੱਲ ਕੀਤੀ ਹੈ, ਖਾਸ ਕਰਕੇ ਨਰਮਾ ਪੱਟੀ ਦੀ, ਉਹਦੇ ਵਿੱਚ ਵੀ ਕਿਸਾਨਾਂ ਦਾ ਬਹੁਤਾ ਇਹੀ ਕਹਿਣਾ ਹੈ ਕਿ ਇੱਕ ਤਾਂ ਉਹਨਾਂ ਨੂੰ ਜਿਹੜੇ ਬੀਜ ਹੈ ਤੇ ਜਿਹੜੀ ਕੀਟਨਾਸ਼ਕ ਹੈ ਉਹ ਸਹੀ ਨਹੀਂ ਮਿਲਦੀਆਂ, ਉਹ ਨਕਲੀ ਹੁੰਦੀਆਂ। ਤਾਂ ਉਹਦੇ ਕਰਕੇ ਵੀ ਕਈ ਵਾਰੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਇਸ ਗੱਲ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ, ਤੇ ਉਹ ਇੰਨੀਆਂ ਅਸਰ ਨਹੀਂ ਪਾਉਂਦੀਆਂ ਜਿਸ ਗੱਲ ਲਈ ਉਹਨਾਂ ਨੇ ਉਹ ਵਰਤੋਂ ਕੀਤੀ ਹੁੰਦੀ ਹੈ। ਦੂਸਰੇ ਪਾਸੇ ਜੇ ਨੁਕਸਾਨ ਹੁੰਦਾ ਹੈ ਤਾਂ ਜੇ ਸਰਕਾਰਾਂ ਵੱਲੋਂ ਮੁਆਵਜ਼ੇ ਦੀ ਗੱਲ ਆਉਂਦੀ ਹੈ ਤਾਂ ਮੁਆਵਜ਼ਾ ਐਲਾਨ ਤਾਂ ਕਰ ਦਿੱਤੇ ਜਾਂਦੇ ਆ, ਪਰ ਉਹ ਸਹੀ ਪੀੜਤ ਕਿਸਾਨਾਂ ਤੱਕ ਠੀਕ ਪਹੁੰਚਦੇ ਨਹੀਂ ਹੈਗੇ। ਔਰ ਨਾਲ ਦੀ ਨਾਲ ਅਸੀਂ ਜਿਹੜੀ ਪਹਿਲਾਂ ਮੈਂ ਉਦਾਹਰਨ ਵੀ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਜਿਹੜਾ 400 ਕਰੋੜ ਤੋਂ ਉੱਪਰ ਦਾ ਮੁਆਵਜ਼ਾ ਸੀਗਾ, ਉਹ ਵੀ ਸਹੀ ਢੰਗ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਸਾਡੇ ਤੋਂ ਕੋਲ ਉਹ ਨਹੀਂ ਪਹੁੰਚਿਆ, ਗੁਲਾਬੀ ਸੁੰਡੀ ਦਾ ਜਦੋਂ ਹਮਲਾ ਹੋਇਆ ਸੀ। ਤਾਂ ਹੁਣ ਵੀ ਜਦੋਂ ਗਏ ਨੇ ਆਪਣੇ ਹੁਣ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਣੀ, ਤਾਂ ਉਹਨਾਂ ਵੀ ਉੱਥੇ ਗਏ ਤਾਂ ਉਹਨਾਂ ਕਿਹਾ ਕਿ 50% ਨੁਕਸਾਨ ਹੋਇਆ। ਤੇ ਕਿਸਾਨ ਵੀ ਇਹ ਗੱਲ ਕਹਿੰਦੇ ਆ ਕਿ ਜੇ ਇੱਕ ਮੰਤਰੀ ਇਹ ਗੱਲ ਮੰਨਦੇ ਆ ਤਾਂ ਫਿਰ ਉਸ ਢੰਗ ਨਾਲ ਸਾਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ। ਦੇਖੋ ਬਲਵੀਰ ਜੀ, ਇਹ ਗੱਲ ਬਿਲਕੁਲ ਸਹੀ ਹੈ। ਅਸਲ ਦੇ ਵਿੱਚ ਜਿਹੜੀ ਬੈਲਟ ਦੀ ਆਪਾਂ ਗੱਲ ਕਰਦੇ ਹਾਂ, ਜਿਹਨੂੰ ਕਾਟਨ ਬੈਲਟ ਦੇ ਨਾਂ ਨਾਲ ਜਾਣਿਆ ਜਾਂਦਾ ਜਾਂ ਹੋਰ ਆ, ਹਾਲਾਂਕਿ ਉੱਥੇ ਹੁਣ ਰਕਬਾ ਓਨਾ ਨਹੀਂ ਰਿਹਾ ਜਿੰਨਾ ਪਹਿਲਾਂ ਨਰਮੇ ਕਪਾਹ ਦੇ ਹੇਠ ਰਕਬਾ ਹੁੰਦਾ ਸੀ। ਇੱਕ ਜੀ ਗੱਲ ਤਾਂ ਦੇਖੋ ਬੜੀ ਸਾਫ਼ ਹੈ ਕਿ ਜਦੋਂ ਤੋਂ ਹੀ ਸਾਡਾ ਜਿਹੜਾ ਇੱਕ ਨਵਾਂ ਸਿਸਟਮ ਆਇਆ, ਆਪਾਂ ਇਹ ਕਹਿੰਦੇ ਹਾਂ ਕਿ ਸਾਡੀ ਖੇਤੀ ਨੇ ਵਿਕਾਸ ਕੀਤਾ ਜਾਂ ਹੋਰ ਹੈ, ਨਵੇਂ ਬੀਜ ਆਏ, ਨਵਾਂ ਸਾਰਾ ਕੁਛ ਆਇਆ। ਉਹਦੇ ਨਾਲ ਇੱਕ ਗੱਲ ਇਹ ਹੋ ਗਈ, ਜਿਹੜਾ ਸਾਡਾ ਇੱਕ ਟ੍ਰੈਡੀਸ਼ਨਲ ਜਿਹੜਾ ਸਟਾਈਲ ਸੀ ਖੇਤੀ ਦਾ, ਉਹ ਸਾਰਾ ਢੰਗ ਤਰੀਕਾ ਬਦਲ ਗਿਆ। ਉਹਦੇ 'ਚ ਚਲੋ ਆਪਾਂ ਨੂੰ ਕਹਿੰਦੇ ਹਾਂ ਕਿ ਆਪਾਂ ਨੂੰ ਸਮੇਂ ਦੇ ਨਾਲ ਤੁਰਨਾ ਚਾਹੀਦਾ, ਸਾਨੂੰ ਮਸ਼ੀਨਰੀ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ, ਉਹ ਸਾਰੀਆਂ ਗੱਲਾਂ ਆਪਾਂ ਸਮਝਦੇ ਹਾਂ। ਪਰ ਪੰਜਾਬ ਵਿੱਚ ਲੈਂਡ ਹੋਲਡਿੰਗਸ ਇੰਨੀਆਂ ਛੋਟੀਆਂ ਨੇ, ਖਾਸ ਕਰਕੇ ਕਾਟਨ ਵਗੈਰਾ ਦੀ ਫਸਲ ਲਈ। ਇੱਕ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਇੱਥੇ ਕਿਉਂ ਜਿਹੜਾ ਹੈਗਾ ਇਹ ਸੁੰਡੀ ਦਾ ਵੱਧ ਹਮਲਾ ਹੁੰਦਾ ਹੈ ਜਾਂ ਕੀੜਿਆਂ ਦਾ ਵੱਧ ਹਮਲਾ ਹੁੰਦਾ, ਜੋ ਮਹਾਰਾਸ਼ਟਰ, ਗੁਜਰਾਤ ਜਿਹੜੇ ਜਿੱਥੇ ਸਭ ਤੋਂ ਵੱਧ ਕਪਾਹ ਹੁੰਦੀ ਹੈ, ਉੱਥੇ ਹਮਲੇ ਕਿਉਂ ਨਹੀਂ ਹੁੰਦੇ ਜਾਂ ਉੱਥੇ ਕਿਵੇਂ ਰੋਕ ਲਿਆ ਜਾਂਦਾ? ਇਹਦਾ ਇੱਕ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਬਲਵੀਰ ਜੀ, ਇਹ ਹੈ ਕਿ ਸਾਡੇ ਜਿਹੜੇ ਖੇਤ ਨੇ, ਪਹਿਲੀ ਗੱਲ ਤਾਂ ਸਾਡੀਆਂ ਜੋਤਾਂ ਬਹੁਤ ਛੋਟੀਆਂ ਨੇ, ਲੈਂਡ ਹੋਲਡਿੰਗਸ ਬਹੁਤ ਛੋਟੀਆਂ ਨੇ, ਤੇ ਉਹ ਦੂਜਾ ਇਹ ਹੈ ਵੀ ਸਾਡੇ ਇੱਕ ਚੇਨ ਦੇ ਵਿੱਚ ਸਾਡੇ ਖੇਤ ਨਹੀਂ ਹੈ। ਜੇ ਫਰਜ਼ ਕੀਤਾ ਇੱਕ ਥਾਂ ਤੇ ਤੁਸੀਂ ਸਪਰੇਅ ਕਰਤੇ, ਉੱਥੇ ਕੀੜਿਆਂ ਨੂੰ ਪਤਾ ਲੱਗ ਗਿਆ, ਉਹ ਨਾਲ ਜਿੱਥੇ ਕੋਈ ਹੋਰ ਫਸਲ ਬੀਜੀ ਹੈ ਉਧਰ ਨੂੰ ਆਪਣਾ ਰੁੱਖ ਕਰ ਲੈਂਦੇ ਆ ਜਿੱਥੇ ਸਪਰੇਅ ਨਹੀਂ ਹੋਈ। ਹੁਣ ਤੁਸੀਂ ਇੱਕ ਪਾਸੇ ਕਾਟਨ ਬੀਜ ਰਹੇ ਹੋ, ਕਾਟਨ ਦੇ ਨਾਲ ਹੀ ਜਿਹੜਾ ਹੈ ਤੁਸੀਂ ਜੀਰੀ ਝੋਨਾ ਲਾ ਰਹੇ ਹੋ, ਤੇ ਜਿੱਥੇ ਇੰਨਾ ਜ਼ਿਆਦਾ ਪਾਣੀ ਹੈ ਤੇ ਇੰਨੀ ਜ਼ਿਆਦਾ ਸਿੱਲ ਹੈ ਜਿਹੜੀ ਉਹਨੂੰ ਨਹੀਂ ਚਾਹੀਦੀ। ਸੋ ਇਸ ਕਿਸਮ ਦੀ ਜਿਹੜੀ ਹੈ ਨਾ, ਜਿੱਥੇ ਉਹ ਜਿਹੜੇ ਕੀੜੇ ਆ ਉਹ ਜ਼ਿਆਦਾ ਪਣਪਦੇ ਆ। ਸੋ ਇਸ ਕਿਸਮ ਦਾ ਵੀ ਮੈਂ ਸਮਝਦਾ ਕਿ ਇਹ ਜਿਹੜੇ ਇੱਕ ਹਾਲਾਤ ਬਣ ਗਏ, ਅਸੀਂ ਕਹਿ ਤਾਂ ਰਿਹਾ ਕਿ ਅਸੀਂ ਆਹ ਚੀਜ਼ ਅਸੀਂ ਨਵੀਂ ਲਿਆਂਦੀ, ਆਹ ਨਵੀਂ ਲਿਆਂਦੀ, ਪਰ ਕਿਉਂਕਿ ਸਾਡੇ ਪਹਿਲੀ ਗੱਲ ਤਾਂ ਇਹ ਜੀ, ਸਾਡਾ ਅਸੀਂ ਖੁਦ ਕਪਾਹ ਦੇ ਥੱਲੋਂ, ਨਰਮੇ ਦੇ ਥੱਲੋਂ ਰਕਬਾ ਕੱਢਿਆ, ਝੋਨੇ ਨੂੰ ਇੰਨਾ ਉਤਸ਼ਾਹਿਤ ਕੀਤਾ, ਲੋਕਾਂ ਨੇ ਟਿੱਬੇ ਪੱਧਰੇ ਕਰਕੇ ਉੱਥੇ ਟਿਊਬਵੈੱਲ ਲਾ ਕੇ ਧਰਤੀ ਹੇਠੋਂ ਪਾਣੀ ਕੱਢ ਕੇ ਉੱਥੇ ਝੋਨਾ ਬੀਜਣਾ ਸ਼ੁਰੂ ਕੀਤਾ, ਆਪਣੀਆਂ ਜ਼ਮੀਨਾਂ ਖਰਾਬ ਕੀਤੀਆਂ। ਦੂਜੀ ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਇਹ ਹੈਗਾ ਕਾਟਨ ਦੇ ਹੇਠ ਜਿਹੜਾ ਏਰੀਆ ਵਧਾਓ, ਹੁਣ ਇਸ ਵੇਲੇ ਜਿਹੜਾ ਹੈ 23% ਜਿਹੜਾ ਹੈ ਅੰਡਰ ਕਲਟੀਵੇਸ਼ਨ ਜਿਹੜੀ ਲੈਂਡ ਹੈ, ਉਹਦਾ ਜਿਹੜਾ ਹੈ ਕਾਟਨ ਦੇ ਅੰਡਰ ਹੈ, ਜਿਹੜਾ ਬਹੁਤ ਘੱਟ ਹੈ।
ਦੇਖ ਰਹੇ ਹਾਂ ਕਿ 3,35,000 ਜਿਹੜਾ ਹੈਕਟੇਅਰ ਰਕਬਾ ਕਾਟਨ ਦੇ ਹੇਠ ਹੈ, ਜਦਕਿ ਦੇਸ਼ ਦੇ ਵਿੱਚ ਜਿਹੜਾ ਰਕਬਾ ਹੈ ਉਹ 333 ਲੱਖ ਹੈਕਟੇਅਰ ਹੈ। ਮਤਲਬ ਕਿ 3 ਕਰੋੜ 33 ਲੱਖ ਹੈਕਟੇਅਰ ਰਕਬਾ ਕਾਟਨ ਦੇ ਜਿਹੜਾ ਹੈਗਾ ਹੇਠ ਹੈ, ਕਾਟਨ ਕਲਟੀਵੇਸ਼ਨ ਦੇ ਹੇਠ ਹੈ। ਸੋ ਇਸ ਜੀ ਹਿਸਾਬ ਨਾਲ ਪੰਜਾਬ ਇੰਨਾ ਜ਼ਿਆਦਾ ਇਸ ਮਾਮਲੇ ਦੇ ਵਿੱਚ ਪਿੱਛੇ ਚਲਾ ਗਿਆ। ਚਲੋ ਕੁਛ ਨਾਲ ਲੱਗਦਾ ਜਿਹੜਾ ਹਰਿਆਣਾ ਦਾ ਇਲਾਕਾ, ਉੱਥੇ ਵੀ ਨਰਮਾ ਕਪਾਹ ਹੁੰਦਾ ਹੈ, ਤੇ ਜਿਹੜਾ ਦੱਖਣੀ ਪੰਜਾਬ ਦੇ ਨਾਲ ਲੱਗਦਾ ਹੈ। ਸ਼ੁਰੂ ਦੇ ਵਿੱਚ ਤੁਸੀਂ ਜਿਹੜੇ ਜ਼ਿਲ੍ਹਿਆਂ ਦੀ ਗੱਲ ਕੀਤੀ, ਖਾਸ ਕਰਕੇ ਜਿਹਦੇ ਚ ਮਾਨਸਾ, ਬਠਿੰਡਾ ਜਾਂ ਮੁਕਤਸਰ ਦਾ ਇਲਾਕਾ ਹੈ, ਜਿੱਥੇ ਨਰਮਾ ਕਪਾਹ ਹੁੰਦੀ ਸੀ, ਉੱਥੇ ਹੁਣ ਇਹ ਏਰੀਆ ਘਟਣ ਕਰਕੇ ਦੂਜਾ ਜਿਹੜੇ ਇੱਕ ਦਾਅਵੇ ਕਰਦੇ ਆ ਸਾਡੇ ਖੇਤੀ ਵਿਗਿਆਨੀ ਵੀ ਕਰਦੇ ਆ, ਇਹਦਾ ਜਿਹੜਾ ਸਭ ਤੋਂ ਵੱਧ ਮਾਰ ਪਈ, ਜਿਹੜੀ ਤੁਸੀਂ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਦੀ ਹੁਣੇ ਗੱਲ ਕੀਤੀ ਹੈ, ਜਿਨ੍ਹਾਂ ਨੇ ਗੱਲ ਮੰਨੀ ਹੈ ਕਿ ਅਸੀਂ ਜੇ ਮਾੜਾ ਨਕਲੀ ਬੀ ਆਇਆ ਤਾਂ ਜਿਹੜਾ ਹੈ ਅਸੀਂ ਉਹਦੀ ਜਾਂਚ ਕਰਾਵਾਂਗੇ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜਿਹੜਾ ਬੀ ਹੈ ਗੁਜਰਾਤ ਤੋਂ ਲਿਆਂਦਾ ਗਿਆ, ਇਹ ਵੀ ਗੱਲ ਕਹੀ ਹੈ। ਦੇਖੋ ਇੱਕ ਗੱਲ ਇਹਦੇ ਚ BT ਕਾਟਨ ਦਾ ਜਦੋਂ ਬੀ ਆਇਆ, ਇਹਦਾ ਹਾਲਾਂਕਿ ਬਹੁਤ ਵਿਰੋਧ ਕੀਤਾ। ਜਿਹੜੇ ਵਾਤਾਵਰਨ ਪ੍ਰੇਮੀ ਸੀ ਉਹਨਾਂ ਨੇ ਬਹੁਤ ਵਿਰੋਧ ਕੀਤਾ, ਜਿਹੜੇ ਕੁਦਰਤੀ ਖੇਤੀ ਨੂੰ ਪਿਆਰ ਕਰਦੇ ਆ ਲੋਕ, ਉਹਨਾਂ ਨੇ ਬਹੁਤ ਕੀਤਾ ਕਿ BT ਤੁਸੀਂ ਨਾ ਲੈ ਕੇ ਆਓ, ਇਹਦਾ ਜਿਹੜਾ ਨੁਕਸਾਨ ਹੋਣਾ। ਤੇ ਉਦੋਂ ਇਹ ਜਿਹੜਾ ਸੀਗਾ ਇਹ ਦਾਅਵਾ ਕੀਤਾ ਗਿਆ ਕਿ ਜਿਹੜੀ BT ਕਾਟਨ ਹੈ, ਇਹਨੂੰ ਨਾ ਕੋਈ ਬਿਮਾਰੀ ਲੱਗੇ, ਨਾ ਇਹਨੂੰ ਕੋਈ ਕੀੜਾ ਲੱਗੇ, ਕਿਉਂਕਿ ਸੀਡ ਦੇ ਵਿੱਚ ਹੀ ਜਿਹੜਾ ਹੈ ਇਹਦੀ ਇੱਕ ਇੰਜੀਨੀਅਰਿੰਗ ਕਰਕੇ ਏਦਾਂ ਦੀ ਜਿਹੜੀ ਹੈ ਜੈਨੇਟਿਕਲੀ ਇਹ ਬੀਜ ਏਦਾਂ ਦਾ ਬਣਾਇਆ ਗਿਆ ਜਿਹਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ। ਪਰ ਜਿਹੜਾ ਹੁਣ ਮਾਲਵੇ ਦੇ ਵਿੱਚ ਤਾਂ ਸਾਰਾ BT ਕਾਟਨ ਬੀਜੀ ਜਾ ਰਹੀ ਹੈ। ਤੇ ਜਿਹੜਾ ਪਹਿਲਾਂ ਦੇਖੋ ਅੱਜ ਤੋਂ ਕਿੰਨੇ ਸਾਲ ਪਹਿਲਾਂ, ਉਦੋਂ ਮੈਨੂੰ ਯਾਦ ਹੈ ਜਦੋਂ ਸੈਂਟਰ ਦੇ ਵਿੱਚ ਜਿਹੜੀ ਸੀ ਉਹ UPA ਦੀ ਜਿਹੜੀ ਸਰਕਾਰ ਸੀਗੀ, ਤੇ ਸੁਰਜੀਤ ਸਿੰਘ ਬਰਨਾਲਾ ਉਦੋਂ ਖੇਤੀ ਮੰਤਰੀ ਵੀ ਰਹੇ ਥੋੜਾ ਜਿਹਾ ਚਿਰ, ਤੇ ਉਦੋਂ ਵੀ ਅਮਰੀਕਨ ਜਿਹੜੀ ਹੈ ਬਾਲ ਬੌਮ, ਜਿਹਨੂੰ ਆਪਾਂ ਅਮਰੀਕਨ ਸੁੰਡੀ ਕਹਿੰਦੇ ਹਾਂ ਸਿੱਧੀ ਭਾਸ਼ਾ ਦੇ ਵਿੱਚ, ਉਦੋਂ ਉਹਦਾ ਵੱਡੀ ਪੱਧਰ ਤੇ ਹਮਲਾ ਹੋਇਆ। ਫਿਰ ਉਸ ਤੋਂ ਬਾਅਦ ਨਰਮੇ ਦੇ ਉੱਪਰ ਹੀ ਜਿਹੜਾ ਹੈ, ਇਹ ਮੈਂ BT ਕਾਟਨ ਦੀ ਗੱਲ ਕਰਦਾ, ਇਹਦੇ ਉੱਪਰ ਹੀ ਜਿਹੜਾ ਸੀ ਇੱਕ ਉਹ ਜਿਹੜਾ ਹੈ ਪੱਤੇ ਜਿਹਦੇ ਚ ਸੁੰਗੜ ਜਾਂਦੇ ਆ, ਕੋਈ ਏਦਾਂ ਦੀ ਬਿਮਾਰੀ ਲੱਗੀ। ਤੇ ਹੁਣ ਉਸ ਤੋਂ ਬਾਅਦ ਲਗਾਤਾਰ ਪਹਿਲਾਂ ਚਿੱਟੇ ਮੱਛਰ ਜਾਂ ਚਿੱਟੀ ਮੱਖੀ ਦਾ ਹਮਲਾ ਹੋਇਆ ਇਸੇ BT ਕਾਟਨ ਤੇ, ਹੁਣ ਜਿਹੜੀ ਹੈ ਇਹ ਗੁਲਾਬੀ ਸੁੰਡੀ ਹੈ, ਹੁਣ ਇਹਦਾ ਹਮਲਾ ਹੋਇਆ। ਦੇਖੋ ਜਿਹੜੇ ਖੇਤੀ ਮਾਹਰ ਕਹਿੰਦੇ ਆ ਤੇ ਪਿੰਡਾਂ ਦੇ ਲੋਕ ਇਸ ਗੱਲ ਨੂੰ ਮੰਨਦੇ ਵੀ ਹੈ, ਉਹ ਇਸ ਗੱਲ ਨੂੰ ਸਮਝਦੇ ਆ ਕਿ ਇੱਕ ਗੱਲ ਤਾਂ ਇਹ ਵੀ ਜਿਹੜੇ ਇਹ ਖੇਤ ਨੇ ਉਹ ਦੂਰ ਦੂਰ ਨੇ ਜਾਂ ਅਲੱਗ-ਅਲੱਗ ਨੇ, ਜਿੱਥੇ ਜੇ ਸਪਰੇਅ ਕਰਦੇ ਵੀ ਆ ਉਹਦਾ ਬਹੁਤਾ ਅਸਰ ਜਿਹੜਾ ਨਹੀਂ ਹੁੰਦਾ। ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਸੁੰਡੀ ਦਾ ਜਿਹੜਾ ਇੱਕ ਲਾਈਫ ਸਾਈਕਲ ਆ ਉਹ ਇਸ ਕਿਸਮ ਦਾ, ਜਦੋਂ ਸੁੰਡੀ ਇਸ ਤੋਂ ਵੱਡੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਪਤੰਗਾ ਬਣ ਜਾਂਦਾ। ਜਦੋਂ ਪਤੰਗਾ ਬਣ ਕੇ ਉੱਡ ਜਾਂਦਾ, ਉਹ ਕਿਸੇ ਦੇ ਜਿਹੜਾ ਹੈ ਫਿਰ ਉਹ ਹੱਥ ਨਹੀਂ ਆਉਂਦਾ, ਨਾ ਉਹਦੇ ਤੇ ਕਿਸੇ ਸਪਰੇਅ ਦਾ ਅਸਰ ਹੁੰਦਾ। ਉਸ ਤੋਂ ਬਾਅਦ ਜਦੋਂ ਉਹ ਐਗ ਲੇ ਕਰਦਾ, ਅੰਡੇ ਦਿੰਦਾ, ਉਹ ਉਹਨਾਂ ਥਾਵਾਂ ਤੇ ਅੰਡੇ ਦਿੰਦਾ ਜਿਵੇਂ ਜਿਹੜਾ ਹੈਗਾ ਇਹਦਾ ਦੇਖੋ ਕਪਾਹ ਜਾਂ ਮਾਫ਼ ਕਰਨਾ ਜਿਹੜਾ ਹੈਗਾ ਝੋਨਾ ਹੈ ਜਾਂ ਜਿਹੜੀ ਕਣਕ ਹੈ, ਇਹਦਾ ਆਪਾਂ ਕੋਈ ਵੀ ਸਟਰॉ ਜਿਹੜਾ ਨਹੀਂ ਰੱਖਦੇ, ਉਹ ਭਾਵੇਂ ਤੂੜੀ ਚ ਬਦਲ ਲਈਏ, ਪਰਾਲੀ ਨੂੰ ਆਪਾਂ ਮਿੱਲਾਂ ਨੂੰ ਭੇਜ ਦਿੰਦੇ ਹਾਂ, ਜਾਂ ਪਰਾਲੀ ਨੂੰ ਚਲੋ ਕਈ ਥਾਂ ਤੇ ਭਾਵੇਂ ਇੱਕ ਨੈਗੇਟਿਵ ਰੁਝਾਨ ਹੈ, ਅੱਗਾਂ ਲਾ ਦਿੱਤੀਆਂ ਜਾਂਦੀਆਂ। ਜਿਹੜੀਆਂ ਨਰਮੇ ਕਪਾਹ ਦੀਆਂ ਛੱਡੀਆਂ ਨੇ, ਉਹ ਲੋਕ ਉਹਨੂੰ ਈਂਧਣ ਦੇ ਤੌਰ ਤੇ, ਬਾਲਣ ਦੇ ਤੌਰ ਤੇ ਵਰਤਦੇ ਆ, ਉਹਨਾਂ ਨੂੰ ਰੱਖ ਲੈਂਦੇ ਆ ਲੰਬਾ ਸਮਾਂ। ਉਹ ਹੁਣ ਜਿਹੜੇ ਖੇਤੀ ਮਾਹਰ ਵੀ ਇਹ ਗੱਲ ਕਹਿੰਦੇ ਆ ਤੇ ਕਿਸਾਨ ਵੀ ਇਹ ਗੱਲ ਮੰਨਦੇ ਆ, ਜਿਹੜੇ ਥੋੜੇ ਜਿਹੇ ਪੜ੍ਹੇ ਲਿਖੇ ਨੇ, ਕਿ ਇਹ ਜਿਹੜਾ ਇਹਦਾ ਐਗ ਹੈ ਦੁਬਾਰਾ ਫੇਰ ਉੱਥੇ ਉਹ ਛਟੀਆਂ ਦੇ ਵਿੱਚ ਜਿੱਥੇ ਪਤੰਗਾ ਬੈਠਦਾ ਜਾਂ ਜਿੱਥੇ ਉਹ ਸੁੰਡੀ ਨੇ ਪਹਿਲਾਂ ਨੁਕਸਾਨ ਕੀਤਾ ਹੁੰਦਾ, ਤੇ ਉੱਥੇ ਹੀ ਉਹ ਐਗ ਲੇ ਕਰਦਾ ਤੇ ਉੱਥੇ ਦੁਬਾਰਾ ਫਿਰ ਆਪਣਾ ਲਾਈਫ ਸਾਈਕਲ ਸ਼ੁਰੂ ਕਰਦਾ। ਇਸ ਕਰਕੇ ਉਹ ਗੁਲਾਬੀ ਸੁੰਡੀ ਤਾਂ ਖਤਮ ਹੋਈ ਹੀ ਨਾ। ਇਸ ਵਾਰ ਜਿਹੜੀ ਮਾਰ ਪਈ ਹੈ ਨਹੀਂ ਜੰਡੂ ਪ੍ਰੀਤਮ ਸਾਹਿਬ। ਜੀ, ਹੁਣ ਜਿਸ ਤਰ੍ਹਾਂ ਤੁਸੀਂ ਉੱਥੇ ਜਾ ਕੇ ਆਏ, ਤੁਸੀਂ ਉੱਥੇ ਜਿਹੜੀ ਗੱਲਬਾਤ ਕੀਤੀ ਹੈ, ਕੀ ਕਿਸਾਨਾਂ ਦਾ ਕਹਿਣਾ ਹੈ, ਜਾਂ ਤੁਹਾਨੂੰ ਨਹੀਂ ਕੀ ਉਹ ਲੱਗਿਆ ਉੱਥੇ ਉਹਨਾਂ ਦੇ ਵਿੱਚ ਦੇਖੋ, ਵਿਚਰ ਕੇ? ਕਿਸਾਨ ਜਿਹੜੀ ਦੋ ਗੱਲ ਕਹਿ ਰਹੇ ਆ, ਕਿਸਾਨ ਦੋ ਗੱਲਾਂ ਕਹਿ ਰਹੇ ਆ। ਇੱਕ ਤਾਂ ਕਿਸਾਨ ਇਹ ਕਹਿ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਇਹ ਨੱਥ ਪਾਈ ਜਾਵੇ, ਜਿਹੜਾ ਇੱਕ ਵੱਡਾ ਇੱਕ ਨੈਕਸਸ ਆ, ਜਿਹੜਾ ਮਾਫੀਆ ਪੈਟਰੋਕੈਮੀਕਲ ਤੇ ਜਿਹੜਾ ਸੀਡ ਸਪਲਾਈ, ਜਿਹੜੀਆਂ ਇਹ ਨੇ ਦੁਕਾਨਾਂ ਹਰ ਇੱਕ ਕਸਬੇ ਦੇ ਵਿੱਚ, ਇੱਥੋਂ ਤੱਕ ਪਿੰਡਾਂ ਦੇ ਵਿੱਚ ਵੀ 2-2 4-4 ਦੁਕਾਨਾਂ ਖੁੱਲੀਆਂ ਹੋਈਆਂ, ਇਹਨਾਂ ਤੇ ਚੈੱਕ ਕੋਈ ਨਹੀਂ ਕਿ ਇਹਨਾਂ ਦੀ ਜਿਹੜੀ ਦਵਾਈ ਆਉਂਦੀ ਹੈ ਜਾਂ ਹੋਰ ਹੈ, ਜਿਵੇਂ ਹਾਲਾਂਕਿ ਹਰੇਕ ਚੀਜ਼ ਦੀ ਅਡਲਟਰੇਸ਼ਨ ਦੇਖੀ ਜਾਂਦੀ ਹੈ ਜਾਂ ਹੋਰ ਹੈ, ਪੈਟਰੋਕੈਮੀਕਲ ਦਾ ਜਾਂ ਹੋਰ ਉਸ ਕਿਸਮ ਦੀ ਅਡਲਟਰੇਸ਼ਨ ਨੂੰ, ਹਾਲਾਂਕਿ ਲੈਬੋਰਟਰੀਆਂ ਬਣੀਆਂ ਹੋਈਆਂ, ਸਾਰਾ ਕੁਝ ਖੇਤੀ ਮਹਿਕਮਾ ਕੋਸ਼ਿਸ਼ ਕਰਦਾ, ਪਰ ਕਿਉਂਕਿ ਜਦੋਂ ਬਲਵੀਰ ਜੀ ਬਿਜਾਈ ਦਾ ਸੀਜ਼ਨ ਸ਼ੁਰੂ ਹੁੰਦਾ, ਉਦੋਂ ਇਸ ਤਰੀਕੇ ਨਾਲ ਸੇਲ ਹੁੰਦੀ ਹੈ, ਇਸ ਤਰੀਕੇ ਨਾਲ ਖਰੀਦਦਾਰੀ ਹੁੰਦੀ ਹੈ, ਉਦੋਂ ਕੋਈ ਉਡੀਕ ਨਹੀਂ ਕਰ ਸਕਦਾ ਵੀ ਅਜੇ ਪਹਿਲਾਂ ਹੀ ਦੇਖੀਏ। ਤੇ ਕਿਉਂਕਿ ਇੱਕ ਹਫ਼ਤਾ ਜਾਂ ਵੱਧ ਤੋਂ ਵੱਧ 10 ਦਿਨ ਜਿਹੜਾ ਹੈਗਾ ਸੀਜ਼ਨ ਹੁੰਦਾ ਬਿਜਾਈ ਦਾ ਕਿਸੇ ਵੀ ਫਸਲ ਦਾ, ਤੇ ਉਹ ਤਾਂ ਫਿਰ ਉਸ ਤੋਂ ਬਾਅਦ ਤਾਂ ਜਦੋਂ ਕਹਿੰਦੇ ਬੱਤਰ ਲੰਘ ਗਈ, ਫਿਰ ਕੋਈ ਫਾਇਦਾ ਨਹੀਂ, ਭਾਵੇਂ ਬੀਜ ਚੰਗਾ ਲਾਈ ਜਾਣ ਮਾੜਾ ਲਾਈ ਜਾਣ। ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਇਹ ਹੈ ਜਿਹੜਾ ਉਹਨਾਂ ਦਾ ਇਹ ਕਿ ਇਹਦਾ ਕਿਤੇ ਕੋਈ ਚੈੱਕ ਨਹੀਂ, ਜਾਂ ਉਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਮਿਲਦੀਆਂ, ਜਿਹਨਾਂ ਦਾ ਵੀ ਘੱਟੋ ਘੱਟ ਇੱਕ ਵਾਰ ਸ਼ੁਰੂ ਹੋਇਆ ਸੀ ਵੀ ਇਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਜਿਹੜੇ ਏਦਾਂ ਦੇ ਕਿਸੇ ਕੇਸ 'ਚ ਆਏ, ਉਹ ਵੀ ਕਿਤੇ ਕੋਈ ਵੱਡੇ ਮਾਮਲੇ ਲਈ ਸਾਹਮਣੇ ਆਏ। ਹਾਲਾਂਕਿ ਹੁਣ ਜਿਹੜਾ ਭਾਵੇਂ ਜਿਹੜੇ ਹੈ ਕੁਲਦੀਪ ਢਾਲੀਵਾਲ ਜਿਹੜੇ ਹੁਣ ਖੇਤੀ ਮੰਤਰੀ ਹੈ, ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਵੱਡੇ ਪੱਧਰ ਤੇ ਜਿਹੜੀ ਇਹਦੀ ਸਾਰੀ ਦੀ ਜਾਂਚ ਕਰਾਵਾਂਗੇ, ਬੀਜ ਕਿਵੇਂ ਆਇਆ ਜਾਂ ਨਕਲੀ ਸੀਡ ਕਿਵੇਂ ਆਇਆ। ਦੋ ਹੀ ਗੱਲਾਂ ਹੁੰਦੀਆਂ ਨਾ ਜੀ, ਜਾਂ ਨਕਲੀ ਸੀਡ ਦੀ ਗੱਲ ਚੱਲਦੀ ਹੈ
ਜਾਂ ਨਕਲੀ ਕੀੜੇ ਮਾਰ ਦਵਾਈਆਂ ਦੀ ਗੱਲ ਕਰਦੇ ਆ, ਇਹ ਤਾਂ ਆ ਗਈਆਂ ਤਾਂ ਸਾਨੂੰ ਜਿਹੜੀ ਆ ਮਾਰ ਪੈ ਗਈ। ਪਰ ਦੂਜੀ ਗੱਲ ਜੰਡੂ ਜੀ, ਜਿਹੜੇ ਕਿਸਾਨ ਇਹ ਗੱਲ ਵੀ ਮੰਨਦੇ ਆ ਕਿ ਸਾਡੇ ਲੋਕਾਂ ਵੱਲੋਂ ਵੀ ਇਹ ਗਲਤੀ ਹੁੰਦੀ ਹੈ। ਅਸੀਂ ਬਕਾਇਦਾ ਜਿਹੜਾ ਹੈ ਸਾਰਾ ਕੁਛ ਅਸੀਂ ਇਸ ਗੱਲ ਤੇ ਨਿਰਭਰ ਹੋ ਗਏ ਕਿ ਅਸੀਂ ਆਪ ਖੁਦ ਉਹਦੇ ਲਈ ਕੁਛ ਕਰਦੇ ਨੀ, ਜਿਹੜੇ ਸਾਡੇ ਟ੍ਰੈਡੀਸ਼ਨਲ ਤਰੀਕੇ ਸੀ ਕੀੜਿਆਂ ਨੂੰ ਮਾਰਨ ਦੇ। ਪਰ ਉਹਦਾ ਚੱਕਰ ਇਹ ਸੀਗਾ ਕਿਉਂਕਿ ਉਦੋਂ ਏਦਾਂ ਦੇ ਕੀੜੇ ਹੈ ਹੀ ਨਹੀਂ ਸੀ, ਵੱਧ ਤੋਂ ਵੱਧ ਤੇਲਾ ਪੈ ਜਾਂਦਾ ਸੀ, ਉਹਨੂੰ ਧੂੰਆਂ ਕਰਕੇ ਜਾਂ ਹੋਰ ਇਸ ਤਰੀਕੇ ਨਾਲ ਮਾਰਦੇ ਸੀ। ਤੇ ਹੁਣ ਜਿਹੜੀਆਂ ਸਪਰੇਆਂ ਆ ਗਈਆਂ ਤੇ ਉਹਨਾਂ ਨੂੰ ਉਹਦੇ ਨਾਲ ਇੱਕ ਨੁਕਸਾਨ ਇਹ ਹੋ ਗਿਆ, ਜਿਹੜੇ ਕੋਈ ਮਿੱਤਰ ਕੀੜੇ ਜਾਂ ਰੈਪਟਾਈਲ ਸੀਗੇ, ਜਿਹੜੇ ਕੋਈ ਕਿਰਲੀਆਂ ਸੀ, ਸੱਪ ਸੀ ਖੇਤਾਂ ਦੇ ਵਿੱਚ, ਉਹ ਵੀ ਵਿਚਾਰੇ ਮਰ ਗਏ ਜਿਹੜੇ ਇਹਨਾਂ ਕੀੜਿਆਂ ਨੂੰ ਖਤਮ ਕਰਦੇ ਸੀ ਜਾਂ ਹੋਰ। ਸੋ ਇਹ ਇੱਕ ਜਿਹੜਾ ਸੀ ਇੱਕ ਨੈਚੁਰਲ ਸਾਈਕਲ ਤੋੜ ਕੇ ਜਦੋਂ ਅਸੀਂ ਸਾਰਾ ਇਸ ਪਾਸੇ ਵੱਲ ਵੱਧ ਗਏ ਨਾ ਜੀ, ਹੁਣ ਇਹਦੀ ਮਾਰ ਜ਼ਿਆਦਾ ਪੈ ਰਹੀ ਹੈ। ਕਾਟਨ ਤੇ ਜ਼ਿਆਦਾ ਲਗਾਤਾਰ ਜ਼ਿਆਦਾ ਪੈ ਰਹੀ ਹੈ ਤੇ ਕਿਉਂਕਿ ਜਿਸ ਤਰ੍ਹਾਂ ਪਤਾ ਨਹੀਂ ਤੁਸੀਂ ਇਹ ਕਹਿ ਰਹੇ ਆ ਕਿ ਉੱਥੇ ਇਸ ਖਿੱਤੇ ਦੇ ਵਿੱਚ ਮਾਲਵੇ ਵਾਲਾ ਜਿਹੜਾ ਇਹ ਖਾਸ ਕਰਕੇ ਫਿਰੋਜ਼ਪੁਰ ਹੈ, ਮੁਕਤਸਰ ਹੈ, ਬਠਿੰਡਾ ਹੈ, ਮਾਨਸਾ ਵਗੈਰਾ ਏਰੀਆ ਜਿਹੜਾ ਸਾਰਾ ਹੈ, ਜਿੱਥੇ ਪਹਿਲਾਂ ਨਾਲੋਂ ਨਰਮਾ ਦੇ ਹੇਠ ਜਿਹੜਾ ਰਕਬਾ ਸੀਗਾ ਉਹ ਘਟਿਆ। ਤੇ ਕੀ ਜਿਸ ਤਰ੍ਹਾਂ ਹੁਣ ਲਗਾਤਾਰ ਪਿਛਲੇ ਸਾਲਾਂ ਤੋਂ ਫਿਰ ਜਿਸ ਤਰ੍ਹਾਂ ਸੁੰਡੀ ਦਾ ਹਮਲਾ ਹੁੰਦਾ ਹੈ ਔਰ ਕਿਸਾਨਾਂ ਦੀ ਫਸਲ ਤਬਾਹ ਹੁੰਦੀ ਹੈ, ਉਹ ਹੋਰ ਕਰਜ਼ੇ ਥੱਲੇ ਦੱਬੇ ਜਾਂਦੇ ਆ, ਕਿ ਹੁਣ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਕਿਸਾਨ ਹੋਰ ਵੀ ਇਸ ਨਰਮੇ ਦੀ ਫਸਲ ਤੋਂ ਦੂਰ ਜਾਣਗੇ? ਦੇਖੋ ਬਲਵੀਰ ਜੀ, ਇਹਦੇ ਚ ਇੱਕ ਗੱਲ ਤਾਂ ਹੈ, ਕਿਸਾਨ ਇਹ ਮੰਨਦੇ ਆ ਕਿ ਜੇ ਸਾਡਾ ਥੋੜਾ ਜਿਹਾ ਵੀ ਨਰਮਾ ਚੰਗਾ ਹੋ ਜੇ ਸਾਨੂੰ 60% ਵੀ ਜਿਹੜਾ ਹੈ ਜਿੰਨੀ ਉਮੀਦ ਹੈ ਯੀਲਡ ਦੀ ਹੋ ਜੇ, ਵੀ ਸਾਡੇ ਨਾ ਜਿਹੜੇ ਸਾਰੇ ਧੋਣੇ ਧੋਤੇ ਜਾਂਦੇ ਆ। ਮਤਲਬ ਕਿ ਕਿਉਂਕਿ ਇਹਦੇ ਚ ਕਿਉਂਕਿ ਕੈਸ਼ ਕ੍ਰੌਪ ਹੋਣ ਕਰਕੇ ਤੇ ਇਹਦੇ ਚ ਮਹਿੰਗੀ ਹੈ ਇਹ, ਤੇ ਮਹਿੰਗੀ ਤਾਂ ਕਈ ਵਾਰੀ ਹੈ ਕਿ ਜਿਹੜਾ MSP ਤੋਂ ਉੱਪਰ ਵੀ ਜਾ ਕੇ ਇਹ ਵਿਕ ਜਾਂਦੀ ਹੈ, ਕਿਉਂਕਿ ਮਿੱਲਾਂ ਨੇ ਜਿਹੜੀਆਂ ਇਹਦੇ ਤੇ ਸਹਾਰੇ ਨੇ ਸਾਰੀਆਂ, ਕਾਟਨ ਮਿੱਲਾਂ ਜਿਹੜੀਆਂ ਦੇਸ਼ ਦੀਆਂ। ਸੋ ਉਹ ਇਸ ਕਰਕੇ ਉਹ ਰਿਸਕ ਲੈਂਦੇ ਆ ਕਿ ਜੇ ਕੁਛ ਸਾਡਾ ਪੱਲੇ ਪੈ ਜਾਂਦਾ ਤਾਂ ਵੀ ਜਿਹੜਾ ਹੈ ਸਾਡਾ ਦੂਸਰੇ ਪਾਸਿਓਂ ਜਿਹੜਾ ਹੈ ਘਰ ਪੂਰਾ ਹੋ ਜਾਂਦਾ। ਦੂਜੀ ਗੱਲ ਇਹ ਹੈ ਕਿ ਕਿਸਾਨ ਕਈ ਥਾਂ ਤੇ ਉੱਥੇ ਵੀ ਕਿਸਾਨ ਇਹ ਮਜਬੂਰ ਨੇ, ਜਿੱਥੇ ਓਨਾ ਪਾਣੀ ਜਿਹੜਾ ਹੈ ਨਹੀਂ ਉਹਨਾਂ ਨੂੰ ਮਿਲਦਾ ਜਿੰਨਾ ਝੋਨੇ ਨੂੰ ਪਾਲਣ ਵਾਸਤੇ ਪਾਣੀ ਚਾਹੀਦਾ, ਤੇ ਜਾਂ ਉਹ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਇਲਾਕੇ ਜਿੱਥੇ ਪਾਣੀ ਇੰਨਾ ਡੂੰਘਾ ਹੈ ਕਿ ਉਹਨਾਂ ਨੂੰ ਜਿਹੜੇ ਸਬਮਰਸੀਬਲ ਪੰਪ ਲਾਉਣੇ ਜਿਹੜੇ ਹੈਗਾ ਲੱਖਾਂ ਰੁਪਏ ਦਾ ਖਰਚਾ ਉਹਨਾਂ ਦਾ, ਤੇ ਉਹ ਸੋਚਦੇ ਆ ਕਿ ਚਲੋ ਇੱਥੇ ਘੱਟ ਪਾਣੀ ਵਾਲੀਆਂ ਫਸਲਾਂ ਜਿਹੜੀਆਂ ਉਹ ਹੀ ਲਾ ਲਓ। ਇਹ ਵੀ ਇੱਕ ਜਿਹੜਾ ਹੈਗਾ ਕਾਰਨ ਹੈ। ਪਰ ਇੱਕ ਗੱਲ ਸਾਫ਼ ਹੈ ਕਿ ਜੇ ਇਸ ਤਰ੍ਹਾਂ ਸਰਕਾਰਾਂ ਦਾ ਧਿਆਨ ਨਾ ਗਿਆ ਜਾਂ ਖੇਤੀ ਮਾਹਰ ਇਸ ਵੱਲ ਪਾਸੇ ਨਾ ਸੋਚਣ ਲੱਗੇ, ਕਿਉਂ ਵਾਰ-ਵਾਰ ਜਿਹੜਾ ਇਹ ਹਮਲਾ ਇੱਥੇ ਹੁੰਦਾ ਤੇ ਇੰਨੀ ਫਸਲ ਕਿਉਂ ਮਰਦੀ ਹੈ। ਇਸ ਵਾਰ ਤਾਂ ਜੀ ਅਜੇ ਟਿੰਡੇ ਵੀ ਨਹੀਂ ਲੱਗਣੇ ਸ਼ੁਰੂ ਹੋਏ, ਕਈ ਥਾਵਾਂ ਤੇ ਅਜੇ ਜਿਹੜੇ ਹੈ ਫੁੱਲ ਵੀ ਨਹੀਂ ਪਏ, ਤਾਂ ਵੀ ਪੱਤਿਆਂ ਨੂੰ ਪਹਿਲਾਂ ਹੀ ਜਿਹੜੀ ਹੈ ਗੁਲਾਬੀ ਸੁੰਡੀ ਨੇ ਹਮਲਾ ਸ਼ੁਰੂ ਕਰਤਾ ਤੇ ਕਿਸਾਨਾਂ ਨੇ ਆਪਣੇ ਖੇਤ ਵਾਹੁਣੇ ਸ਼ੁਰੂ ਕਰਤੇ। ਹੁਣ ਜਿਨ੍ਹਾਂ ਨੂੰ ਅੱਜ ਖੇਤ ਵਾਹੁਣਾ ਪੈ ਗਿਆ, ਜਿਹਨੂੰ ਇੱਕ ਉਮੀਦ ਸੀ ਵੀ ਜਿਹੜਾ ਹੈ ਮੈਨੂੰ ਮੇਰੇ ਆਹ ਖਰਚੇ ਪੂਰੇ ਹੋਣਗੇ, ਮੈਂ ਕਿਸੇ ਨੇ ਬੱਚੇ ਦਾ ਵਿਆਹ ਕਰਨਾ, ਕਿਸੇ ਨੇ ਬੱਚੇ ਨੂੰ ਅੱਗੇ ਪੜ੍ਹਾਈ ਲਈ ਤੋਰਨਾ, ਤੇ ਕਿਸੇ ਨੇ ਜਿਹੜਾ ਹੈ ਕੋਈ ਕਰਜ਼ਾ ਲਾਉਣਾ ਵੀ ਮੇਰਾ ਇਹਦੇ ਤੋਂ, ਹੁਣ ਜਿਹਨੂੰ ਇਸ ਸਟੇਜ ਤੇ ਆ ਕੇ ਉਹ ਫਸਲ ਵਾਹੁਣੀ ਪੈ ਗਈ ਤਾਂ ਉਹਦਾ ਤਾਂ ਸਾਰਾ ਕੁਛ ਜ਼ੀਰੋ ਤੇ ਆ ਗਿਆ। ਸੋ ਮੈਂ ਸਮਝਦਾ ਕਿ ਸਰਕਾਰਾਂ ਨੂੰ ਜਿਹੜਾ ਹੈ ਇਸ ਪਾਸੇ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਖੇਤੀ ਨੂੰ ਓਦਾਂ ਨਹੀਂ ਲਿਆ ਜਾ ਰਿਹਾ, ਸਾਡੇ ਖੇਤੀ ਨੂੰ ਇੱਕ ਆਮ ਇੰਡਸਟਰੀ ਵਾਂਗ ਜਾਂ ਹੋਰ ਏਦਾਂ ਦੇਖਿਆ ਜਾ ਰਿਹਾ, ਹਾਲਾਂਕਿ ਖੇਤੀ ਦਾ ਜਿਹੜਾ ਬਿਲਕੁਲ ਇੱਕ ਅਲੱਗ ਤਰ੍ਹਾਂ ਦੀ ਇਹ ਇੰਡਸਟਰੀ ਹੈ। ਤੇ ਇੱਥੇ ਕਿਉਂਕਿ ਜਦੋਂ ਅਸੀਂ ਸਭ ਤੋਂ ਵੱਧ ਤਾਂ ਪ੍ਰੀਤਮ ਜੀ ਇਹ ਹੈ ਕਿ ਕੁਦਰਤ ਦੇ ਉੱਤੇ ਨਿਰਭਰ ਹੈ ਬਹੁਤ ਕੁਝ। ਵੱਡੀ ਗੱਲ ਕੁਦਰਤ ਤੇ ਨਿਰਭਰ ਹੈ ਬਲਵੀਰ ਜੀ। ਦੂਜੀ ਗੱਲ, ਜਿਹੜੇ ਸਾਡੇ ਖੇਤੀ ਵਿਗਿਆਨੀ ਵੀ ਨੇ ਜਾਂ ਜਿਹੜੇ ਸਾਡੇ ਖੇਤੀ ਮਾਹਰ ਸੋ ਕਾਲਡ ਉਹ ਨੇ, ਉਹ ਸਾਡੇ ਰੀਸ ਕਰਦੇ ਹਾਂ ਅਸੀਂ ਮਾਡਲ, ਉਹ ਜਿੱਥੇ ਬਹੁਤ ਵੱਡੀਆਂ ਮਤਲਬ ਕਿ 10-10 ਹਜ਼ਾਰ ਏਕੜ ਦਾ ਫਾਰਮ ਹੈ, ਜਿੱਥੇ 5-5 ਹਜ਼ਾਰ ਏਕੜ ਦਾ ਜਿਹੜਾ ਫਾਰਮ ਹੈ, ਵੱਡੇ ਜਿਹੜੇ ਫਾਰਮ ਨੇ ਜਿੱਥੇ ਖੇਤੀ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ, ਉੱਥੇ ਵੱਡੀ ਮਸ਼ੀਨਰੀ ਜਾਂ ਹੋਰ ਲਾਹੇਵੰਦ ਹੈ। ਇੱਥੇ ਸਾਨੂੰ ਕਿਸਾਨਾਂ ਨੂੰ ਹੁਣ ਚਲੋ ਠੀਕ ਹੈ, ਪਿੱਛੇ ਇੱਕ ਇਹਨਾਂ ਨੇ ਇੱਕ ਨਵੇਂ ਕਿਸਾਨ ਸੇਵਾ ਸੈਂਟਰ ਖੋਲ ਕੇ ਥੋੜੀ ਜਿਹੀ ਕਿਸਾਨਾਂ ਦੀ ਬਚਤ ਕਰਤੀ ਗਈ, ਸਾਂਝੀ ਮਸ਼ੀਨਰੀ ਲੈ ਲਓ, ਤੇ ਉਹ ਰੋਟਾਵੇਟਰ ਵਗੈਰਾ ਜਾਂ ਵੱਡੇ ਟਰੈਕਟਰ, ਉਹ ਮਹਿੰਗੀ ਬਹੁਤ ਪੈਂਦੀ ਹੈ। ਤੇ ਇਸੇ ਲਈ ਜਿਹੜੇ ਸੀਡ ਨੇ ਜਾਂ ਹੋਰ ਹੈ, ਹੁਣ ਜਿਹਨੇ ਇੱਥੇ 2 ਏਕੜ 'ਚ ਖੇਤੀ ਕਰਨੀ ਹੈ ਉਸੇ ਨਰਮੇ ਦੀ, ਜੇ ਅਸੀਂ ਉਸ ਤਰਜ਼ ਤੇ ਉਹੀ ਸੀਡ ਇੱਥੇ ਲਿਆ ਕੇ ਬਜਾਉਣ ਦੀ ਕੋਸ਼ਿਸ਼ ਕਰਾਂਗੇ, ਜਿਹੜਾ ਕਿਤੇ ਕੋਈ 2000 ਏਕੜ ਦੇ ਜਾਂ 5000 ਏਕੜ ਦੇ ਜਿਹੜਾ ਫਾਰਮ ਦੇ ਵਿੱਚ ਚੀਜ਼ਾਂ, ਇੱਥੇ ਨਹੀਂ ਚੱਲੇਗਾ। ਉੱਥੇ ਉਹ ਕੰਟਰੋਲ ਕਰ ਲੈਣਗੇ ਪੈਸਟ ਨੂੰ ਵੀ ਜਾਂ ਹੋਰ, ਕਿਉਂਕਿ ਉਹਨਾਂ ਕੋਲੇ ਪੂਰੇ ਦਾ ਪੂਰਾ ਉੱਥੇ ਜਦੋਂ ਵੀ ਉਹਨਾਂ ਨੇ ਮੈਨੇਜਮੈਂਟ ਕਰਨੀ ਹੈ ਜੀ ਪੈਸਟ ਦੀ ਜਾਂ ਕਿਸੇ ਵੀ ਬਿਮਾਰੀ ਦੀ, ਉਹਨਾਂ ਨੇ ਪੂਰੇ ਫਾਰਮ ਲਈ ਕਰਨੀ ਹੈ ਤੇ ਉਹ ਪੂਰੇ ਨੂੰ ਉਹਨਾਂ ਨੇ ਕੰਟਰੋਲ ਕਰ ਲੈਣਾ। ਤੇ ਜਿੱਥੇ ਉਹਨਾਂ ਨੂੰ ਜ਼ਿਆਦਾ ਲੱਗਦਾ ਕੋਈ ਨੁਕਸਾਨ ਹੈ, ਕਿਸੇ ਬਿਮਾਰੀ ਦਾ ਹਮਲਾ, ਉਹਨਾਂ ਨੇ ਉਹ ਵਿੱਚੋਂ ਤੋਂ ਪੱਟ ਦੇਣੇ ਨੇ ਜਾਂ ਖਤਮ ਕਰ ਦੇਣੇ, ਸਾੜ ਦੇਣੇ। ਹੁਣ ਜੇ ਇੱਥੇ ਕਿਸੇ ਕਿਸਾਨ ਦਾ ਕਿਸੇ 1 ਏਕੜ ਦਾ, ਅੱਧੇ ਏਕੜ ਦਾ ਜਿਹੜਾ ਹੈਗਾ ਉਹਨੇ ਕਾਟਨ ਬੀਜਿਆ ਜਾਂ ਹੋਰ ਹੈ, ਉਹਦੇ ਤੇ ਹਮਲਾ ਹੋ ਜਾਂਦਾ ਤੇ ਉਹ ਤਾਂ ਸਾਰੇ ਬੂਟਿਆਂ ਤੇ ਹਮਲਾ ਹੋਊਗਾ, ਕਿਹੜਾ ਵਿੱਚੋਂ ਪੱਟੂਗਾ ਕਿਹੜਾ ਦੱਬੂਗਾ। ਸੋ ਇਹ ਇਸ ਕਿਸਮ ਦੀ ਜਿਹੜੀ ਸਾਨੂੰ ਇਹ ਜਿਹੜੀ ਹੈ ਨਾ ਜੀ ਮਾਈਕਰੋ ਜਿਹੜਾ ਇੱਕ ਸਟਾਈਲ ਹੈ ਸਾਡੀ ਖੋਜ ਦਾ, ਉਹਨੂੰ ਛੱਡ ਕੇ ਸਾਡੀ ਖੇਤੀ ਨੂੰ ਦੇਖ ਕੇ ਸਾਡੀਆਂ
ਉਸ ਨੂੰ ਦੇਖ ਕੇ ਜਿਹੜੀਆਂ ਖੋਜਾਂ ਸ਼ੁਰੂ ਕਰਨੀਆਂ ਚਾਹੀਦੀਆਂ। ਕੁਛ ਹੱਦ ਤੱਕ ਕੁਦਰਤੀ ਖੇਤੀ ਵਾਲੇ ਇਸ ਪਾਸੇ ਵੱਲ ਪਏ ਨੇ, ਪਰ ਇਹ ਹੈ ਵੀ ਕੁਦਰਤੀ ਖੇਤੀ ਜੇ ਵਾਲੇ ਪਾਸੇ ਪੈਂਦੇ ਆ ਤੇ ਜਿਹਨੂੰ ਆਪਾਂ ਕਹਿੰਦੇ ਆ ਜਿਹੜੀ ਹੈ ਜਿਹੜੀ ਦੂਸਰੀ ਜਿਹੜੀ ਫਾਰਮਿੰਗ ਹੈ, ਤੇ ਉਹ ਹੁਣ ਦੇਖ ਹੀ ਲਿਆ ਕਿ ਉਹਦੇ 'ਚ ਯੀਲਡ ਇੰਨੀ ਘੱਟ ਆ। ਅਸੀਂ ਲੰਕਾ ਦਾ ਹਾਲ ਦੇਖ ਹੀ ਲਿਆ, ਉਹ ਸਾਰਾ ਕੁਦਰਤੀ ਖੇਤੀ ਵਾਲੇ ਪਾਸੇ ਉਹਨਾਂ ਨੇ ਕਾਨੂੰਨ ਪਾਸ ਕੀਤਾ ਨਹੀਂ, ਸੀ। ਪ੍ਰੀਤਮ, ਜਿਸ ਤਰ੍ਹਾਂ ਹੁਣ ਕਿਸਾਨਾਂ ਦੇ ਲਈ ਬਾਰ-ਬਾਰ ਜਿਹੜੀ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਕੈਸ਼ ਕ੍ਰੌਪ ਦੀ ਗੱਲ ਆਉਂਦੀ ਹੈ। ਹੁਣ ਜਿਸ ਤਰ੍ਹਾਂ ਪੰਜਾਬ 'ਚ ਵੀ ਇਹਨਾਂ ਨੇ ਮੂੰਗੀ ਦੇ ਲਈ ਕਿਹਾ ਸੀਗਾ ਕਿਸਾਨਾਂ ਨੂੰ ਕਿ ਜਿਹੜਾ ਵੀ ਮੂੰਗੀ ਬੀਜੂਗਾ ਉਹਨੂੰ MSP ਮਿਲੂਗੀ, ਤਾਂ ਉਹ ਵੀ ਜਿਹੜਾ ਉੱਥੇ ਮੰਡੀਕਰਨ ਦੀ ਉਹਨਾਂ ਨੂੰ ਦਿੱਕਤ ਆ ਰਹੀ ਹੈ। ਇਸੇ ਕਰਕੇ ਕਿਸਾਨ ਫਿਰ ਨਿਰਾਸ਼ ਹੋ ਕੇ ਫਿਰ ਇਹਦੇ ਝੋਨੇ ਤੇ ਕਣਕ ਵੱਲ ਹੀ ਮੁੜ ਜਾਂਦਾ। ਦੇਖੋ ਬਲਵੀਰ ਜੀ, ਕੋਈ ਵੀ ਜਦੋਂ ਤੁਸੀਂ ਕੋਈ ਨਵੀਂ ਫਸਲ ਲੈ ਕੇ ਆਉਂਦੇ ਹੋ ਜਾਂ ਹੋਰ ਹੈ, ਇੱਕ ਵਾਰ ਤਾਂ ਤੁਹਾਨੂੰ ਉਹ ਦੇਖਣਾ ਪੈਂਦਾ ਹੈ ਵੀ ਇੱਥੇ ਇਹਦੀ ਯੀਲਡ ਕਿੱਦਾਂ ਦੀ ਹੈ, ਇੱਥੇ ਇਹਦੇ ਤੇ ਸਾਡੀ ਮਿੱਟੀ ਉਹਨੂੰ ਕਿੰਨਾ ਕੁ ਮੰਨਦੀ ਹੈ, ਉਸ ਸੀਡ ਦੇ ਉੱਤੇ ਕਿੰਨਾ ਕੁ। ਹੁਣ ਹਰੇਕ ਚੀਜ਼ ਇੱਥੇ ਨਹੀਂ ਨਾ ਬੀਜੀ ਜਾ ਸਕਦੀ ਜੀ ਪੰਜਾਬ 'ਚ। ਪੰਜਾਬ ਜੇ ਹੁਣ ਕੱਲ੍ਹ ਨੂੰ ਕੋਈ ਇਹ ਕਹਿ ਦੇਗਾ ਵੀ ਇੱਥੇ ਤੁਸੀਂ ਸੇਬਾਂ ਦੇ ਬਾਗ ਲਾ ਲਓ, ਬੜੇ ਲਾਹੇਵੰਦ ਹੋਣਗੇ, ਨਹੀਂ ਹੋ ਸਕਦਾ। ਕਿਉਂਕਿ ਜਿਹੜੀ ਚੀਜ਼ ਹੁਣ ਜਿਹੜੀ ਸੱਠੀ ਮੂੰਗੀ ਦੀ ਹੁਣ ਗੱਲ ਚੱਲੀ ਸੀ ਕਿ ਤੁਸੀਂ ਲਾ ਲਓ, ਤੁਹਾਡੇ ਕੋਲ ਵਿੱਚੋਂ ਜ਼ਮੀਨ ਖਾਲੀ ਹੁੰਦੀ ਹੈ ਤੇ ਤੁਹਾਨੂੰ ਮਿਲੂਗਾ। ਲੋਕਾਂ ਨੇ ਬੀਜੀ ਵੀ ਧੜਾ ਧੜ ਤੇ ਬੀਜ ਵੀ ਲਿਆਂਦਾ। ਕਈ ਗੱਲ ਥਾਂ ਤੇ ਤਾਂ ਉਹ ਪ੍ਰੋਪਰ ਉਹ ਜਿਹੜਾ ਜਿਹੜਾ ਇੱਕ ਖਾਸ ਸਟੈਂਡਰਡ ਚਾਹੀਦਾ ਸੀ ਖਰੀਦਦਾਰਾਂ ਨੂੰ ਜਾਂ ਹੋਰ ਹੈ, ਜਿਹੜੀਆਂ ਹੋਰਨਾਂ ਸਟੇਟਾਂ ਤੋਂ ਸਾਨੂੰ ਮੂੰਗੀ ਜਿਹੜੀ ਹੈ ਮਿਲਦੀ ਹੈ, ਤੇ ਉਸ ਸਟੈਂਡਰਡ ਦੀ ਉਹਦੀ ਜਿਹੜੀ ਸੀ ਉਪਜ ਹੀ ਨਹੀਂ ਹੋਈ। ਤੇ ਕਿਤੇ ਦਾਣਾ ਛੋਟਾ ਰਹਿ ਗਿਆ, ਕਿਤੇ ਦਾਣਾ ਮਰ ਗਿਆ ਜਾਂ ਹੋਰ ਹੈ। ਤੇ ਦੂਜੀ ਗੱਲ, ਉਹਦਾ ਕੋਈ ਮੰਡੀਕਰਨ ਦਾ ਸਿਲਸਿਲਾ ਨਹੀਂ ਹੈਗਾ। ਤੇ ਹੁਣ ਹਾਲਾਂਕਿ ਹੁਣ ਵੀ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਜਿੱਥੇ ਕਿਤੇ ਕਿਸਾਨਾਂ ਨੇ ਜਿਹੜੀ ਹੈ ਇਹਦੇ ਵਿੱਚ ਆ ਕੇ ਛੇਤੀ ਉਹਦੇ ਕਰਕੇ ਵੇਚੀ ਹੈ, ਪ੍ਰਾਈਵੇਟ ਵਪਾਰੀਆਂ ਨੂੰ ਵੇਚੀ ਹੈ, ਘੱਟ ਭਾਅ ਤੇ ਵੇਚੀ ਹੈ, ਤਾਂ ਜਿਹੜਾ ਵਿਚਲਾ ਉਹਦਾ ਗੈਪ ਹੈ ਉਹ ਅਸੀਂ ਦੇਵਾਂਗੇ। ਪਰ ਉਹ ਕਦੋਂ ਦੇਣਗੇ ਜਾਂ ਹੋਰ ਹੈ, ਇਹ ਆਉਣ ਵਾਲੇ ਸਮੇਂ ਤੇ ਹੁਣ ਨਿਰਭਰ ਕਰੂਗਾ। ਪਰ ਵੱਡੀ ਗੱਲ ਫੇਰ ਵਾਰ-ਵਾਰ ਜਿਹੜੀ ਮੈਂ ਕਈ ਵਾਰ ਦੁਹਰਾਉਨਾ ਉਹ ਇਹ ਹੈ ਕਿ ਸਾਡੀ ਜਿਹੜੀ ਛੋਟੀ ਕਿਸਾਨੀ ਹੈ ਨਾ ਜੀ, ਉਹਨੂੰ ਧਿਆਨ 'ਚ ਰੱਖ ਕੇ ਜਾਂ ਹੋਰ ਹੈ, ਉੱਦਾਂ ਦਾ ਜਿਹੜਾ ਕੰਮ ਹੈ ਸਾਡੀਆਂ ਯੂਨੀਵਰਸਿਟੀਆਂ ਨੂੰ ਜਾਂ ਸਾਡੇ ਖੇਤੀ ਮਹਿਕਮੇ ਨੂੰ ਜਾਂ ਹੋਰ ਉਹ ਕਰਨਾ ਚਾਹੀਦਾ। ਤੇ ਬਾਕੀ ਜਿਹੜਾ ਸੁਭਾਅ ਪੱਖੋਂ ਕਿਸਾਨ ਇਹ ਹੈ ਕਿ ਪੂਰੇ ਪੰਜਾਬ ਦੇ ਕਿਸਾਨ ਜਾਂ ਪੂਰੀਆਂ ਛੋਟੀਆਂ ਜ਼ਮੀਨਾਂ ਵਾਲੇ ਉਹ ਸਬਜ਼ੀ ਨਹੀਂ ਬੀਜ ਸਕਦੇ। ਕਿਉਂਕਿ ਇੱਥੇ ਜਿਹੜਾ ਹੈ ਸਬਜ਼ੀ ਦਾ ਜਿਹੜਾ, ਕਿਉਂਕਿ ਇੱਕ ਪਰਟੀਕੂਲਰ ਜਿਹੜੀਆਂ ਉਹ ਕਾਸਟ ਰਹੀਆਂ ਨੇ, ਇਹਨੂੰ ਜੇ ਸੋਸ਼ਲੀ ਥੋੜ੍ਹਾ ਜਿਹਾ ਦੇਖਿਆ ਜਾਵੇ, ਉਹ ਜਿਹੜਾ ਸਬਜ਼ੀ ਦਾ ਕੰਮ ਕਰਦੀਆਂ ਰਹੀਆਂ ਨੇ। ਤੇ ਜੱਟ ਹੇਠ ਹੀ ਸਮਝਦਾ ਆਪਣੇ ਆਪ ਨੂੰ ਸਬਜ਼ੀ ਬੀਜਣ ਦੇ ਵਿੱਚ ਜਾਂ ਹੋਰ ਹੈ, ਤੇ ਨਾ ਹੀ ਉਹਨੂੰ ਤਜਰਬਾ ਹੈ। ਜਿਹੜੀ ਸੱਚੀ ਗੱਲ ਇਹ ਹੈ, ਉਹ ਤਾਂ ਆਪਣੇ ਘਰ ਦੀ ਜਿਹੜੀ ਘਰ ਵਾਸਤੇ ਸਬਜ਼ੀ ਹੈ ਜਿਹੜੀ ਇੰਨੀ ਉਹਨਾਂ ਕੋਲ ਜ਼ਮੀਨ ਹੁੰਦੀ ਆ, ਉਹ ਬਾਜ਼ਾਰੋਂ ਖਰੀਦ ਕੇ ਲਿਆਉਂਦਾ। ਤੇ ਸੋ ਉਸ ਪਾਸੇ ਨੂੰ ਤੁਰਨ ਦੀ ਬਜਾਏ ਉੱਥੇ ਕਿਵੇਂ ਹੋ ਸਕਦਾ, ਜਾਂ ਉਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਹੈ ਉਹ ਜਿਹੜਾ ਨਵੇਂ ਇਹਦੇ ਹੱਲ ਜਿਹੜੇ ਆ ਉਹ ਲੱਭਣੇ ਚਾਹੀਦੇ ਨੇ। ਪ੍ਰੀਤਮ ਜੀ, ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਸ਼ੋਅ ਦਾ। ਜੇ ਕੋਈ ਤੁਸੀਂ ਆਖਰੀ ਗੱਲ ਖਾਸ ਕਰਕੇ ਜਿਹੜਾ ਇੱਕ ਨਰਮਾ ਪੱਟੀ ਬਾਰੇ ਕਹਿਣੀ ਹੋਵੇ ਕਿ ਇਸ ਵੇਲੇ ਜਿਹੜੀ ਹੈ ਸਰਕਾਰ ਨੂੰ ਕੀ ਕਰਨਾ ਚਾਹੀਦਾ ਤੇ ਕਿਸਾਨ ਕੀ ਚਾਹੁੰਦਾ? ਦੇਖੋ ਮੈਂ ਤਾਂ ਬਲਵੀਰ ਜੀ ਇਹ ਗੱਲ ਹੀ ਕਹੂੰਗਾ ਕਿ ਜਿਹੜਾ ਨਰਮਾ ਪੱਟੀ ਨੂੰ ਬਚਾਉਣ ਦੀ ਲੋੜ ਹੈ, ਬਚਾਉਣਾ ਚਾਹੀਦਾ ਹੈ। ਜੇ ਪਾਣੀ ਬਚਾਉਣਾ ਜਾਂ ਹੋਰ ਹੈ, ਇੱਕੋ ਇੱਕ ਜਿਹੜੀ ਇਹ ਫਸਲ ਹੈ, ਕਿਉਂਕਿ ਉਸ ਇਲਾਕੇ ਦੇ ਵਿੱਚ ਗੰਨਾ ਵੀ ਇੰਨਾ ਨਹੀਂ ਹੋ ਸਕਦਾ ਕਿਉਂਕਿ ਗੰਨਾ ਵੀ ਪਾਣੀ ਵੱਧ ਭਾਲਦਾ ਹੈ। ਤੇ ਜੇ ਇੱਕੋ ਇੱਕ ਫਸਲ ਹੈ ਤਾਂ ਇਹ ਨਰਮਾ ਕਪਾਹ ਹੈਗਾ। ਤੇ ਨਰਮਾ ਕਪਾਹ ਨੂੰ ਮੈਂ ਸਮਝਦਾ ਕਿ ਉਹਨਾਂ ਟ੍ਰੈਡੀਸ਼ਨਲ ਲੀਹਾਂ ਤੇ ਜਿਹੜਾ ਹੈ ਲਿਆਉਣ ਦੀ ਲੋੜ ਹੈ। ਸਾਡੇ ਖੇਤੀ ਵਿਗਿਆਨੀਆਂ ਨੂੰ ਉਸ ਪਾਸੇ ਤੁਰਨ ਦੀ ਲੋੜ ਹੈ, ਜਿੱਥੇ ਪਹਿਲਾਂ ਕਿਸਾਨ ਖੁਦ ਹੀ ਜਿਹੜਾ ਹੈ ਪੈਸਟ ਦੇ ਉੱਪਰ ਕੰਟਰੋਲ ਕਰ ਲੈਂਦੇ ਸੀ ਆਪਣੇ ਤਰੀਕਿਆਂ ਦੇ ਨਾਲ। ਕਿਉਂਕਿ ਇਹਦੇ ਨਾਲ ਇੱਕ ਮੰਡੀ ਜੁੜੀ ਹੋਈ ਹੈ, ਇੱਕ ਵੱਡਾ ਜਿਹੜਾ ਹੈਗਾ ਵਪਾਰੀਆਂ ਦਾ ਇੱਕ ਕਾਰਪੋਰੇਟ ਵੱਡਾ ਜੁੜਿਆ ਹੋਇਆ ਹੈ। ਸੋ ਜਦੋਂ ਅਸੀਂ ਉਹਦਾ ਸ਼ਿਕਾਰ ਹੁੰਦੇ ਹਾਂ ਜਾਂ ਕਿਸੇ ਕਾਰਪੋਰੇਟ ਦੇ ਪਿੱਛੇ ਲੱਗ ਕੇ ਸਾਰੀਆਂ ਖੋਜਾਂ ਕਰਦੇ ਹਾਂ, ਖੋਜਾਂ ਦੀ ਜਿਹੜੀ ਓਰੀਐਂਟੇਸ਼ਨ ਉੱਧਰ ਨੂੰ ਹੁੰਦੀ ਹੈ, ਫਿਰ ਕੁਦਰਤੀ ਤੌਰ ਤੇ ਹੈ ਕਿ ਜਿਹੜਾ ਗਰਾਊਂਡ ਤੇ ਉਹ ਗੱਲ ਉਵੇਂ ਨਹੀਂ ਜਾਂਦੀ। ਮੈਂ ਸਮਝਦਾ ਕਿ ਇਸ ਪਾਸੇ ਵਧੇਰੇ ਜਿਹੜਾ ਹੈ ਉਹ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਜਿਹੜੇ ਦੋਸਤ ਸਾਡੇ ਸ਼ੋਅ ਨਾਲ ਜੁੜੇ, ਦੋਸਤੋ, ਸਾਡੇ ਸ਼ੋਅ ਦਾ ਹੁਣ ਸਮਾਂ ਵੀ ਸਮਾਪਤ ਹੋ ਰਿਹਾ। ਤੇ ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੀਤਮ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹਾਂਜੀ, ਸ਼ੁਕਰੀਆ ਜੀ।